ਪੀਰ ਦੇ ਮੁਰੀਦ ਚੇਲੇ ਵੀ ਬਹੁਤ ਜ਼ਿਆਦਾ ਸੀ। ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਪੀਰ ਨੂੰ ਜਿਹੜਾ ਇਹ ਸਮਝਾਉਣ ਹਿਤ ਬਗਦਾਦ ਸ਼ਹਿਰ ਨੂੰ ਗਏ ਨੇ। ਇੱਥੇ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ। ਔਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਨੇ ਵੀ ਆਪਣੀਆਂ ਵਾਰਾਂ ਦੇ ਅੰਦਰ ਜ਼ਿਕਰ ਕੀਤਾ। ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ। ਸਤਿਗੁਰੂ ਜੀ ਬਗਦਾਦ ਵਿਖੇ ਗਏ ਨੇ। ਅੰਮ੍ਰਿਤ ਵੇਲੇ ਗੁਰੂ ਖਾਲਸਾ ਜੀ ਇਸ਼ਨਾਨ ਕਰਕੇ ਗਰੀਬ ਨਵਾਜ਼ ਸਾਹਿਬ ਜੀ ਨੇ ਕਰਤਾਰ ਦੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪਵਿੱਤਰ ਯਾਦ ਅੰਦਰ ਸਤਿਗੁਰੂ ਜੀ ਦੀ ਬਾਣੀ ਨੂੰ ਉਚਾਰਿਆ ਹੈ। ਔਰ ਸ਼ਬਦ ਪੜ੍ਹ ਰਹੇ ਸੀ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਜਿਵੇਂ ਜਪਜੀ ਸਾਹਿਬ ਦੇ ਵਿੱਚ ਆਉਂਦਾ ਹੈ। ਇੱਥੇ ਇਤਿਹਾਸ ਦੀ ਪੋਥੀ ਦਾ ਪਾਠ ਹੈ, ਲੱਖ ਪਾਤਾਲ ਲੱਖ ਆਗਾਸ, ਇਹ ਜਬ ਸ਼ਬਦ ਪੜ੍ਹਿਓ ਸੁਖ ਰਾਸ। ਇਹ ਸ਼ਬਦ ਪੜ੍ਹਿਆ ਜਾ ਰਿਹਾ ਹੈ। ਔਰ ਗੁਰੂ ਖਾਲਸਾ ਜੀ ਪੀਰ ਦਸਤਗੀਰ ਜੀ ਦਾ ਇੱਕ ਮੁਰੀਦ, ਉਹ ਇੱਥੇ ਜਿੱਥੇ ਜਲ ਵਾਲਾ ਸਥਾਨ ਸੀ, ਇਸ ਤੇ ਮੱਜਨ ਇਸ਼ਨਾਨ ਹਿਤ ਜਲ ਹਿਤ ਆਇਆ ਹੈ। ਇਹ ਪ੍ਰਸੰਗ ਆਪ ਜੀ ਨੇ ਪਿੱਛੇ ਸਰਵਣ ਕੀਤਾ ਹੈ। ਅੱਗੇ ਜਿਵੇਂ ਲੜੀ ਪ੍ਰਾਰੰਭ ਹੋ ਰਹੀ ਹੈ, ਆਪ ਜੀ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰੋ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਲਾਓ। ਅਸੀਸ ਬਖਸ਼ੋ। ਗੁਰੂ ਸਾਹਿਬ ਜੀ ਆਪ ਦਇਆ ਕਰਕੇ ਵਿਚਾਰ ਸੇਵਾ ਕਰਵਾ ਲੈਣ। ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣਿਓ ਸ਼ਰੋਨ ਮੈਂ ਇਹ ਪਦ ਤਾਹੀ। ਜ਼ਿਕਰ ਆਉਂਦਾ ਹੈ ਕਿ ਜਿਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਸ ਪਾਵਨ ਬਾਣੀ ਨੂੰ ਪੜ੍ਹ ਰਹੇ ਸੀ, ਔਰ ਪੀਰ ਦਸਤਗੀਰ ਜੀ ਦਾ ਜੋ ਮੁਰੀਦ ਇੱਥੇ ਗੁਰੂ ਖਾਲਸਾ ਜੀ ਜਲ ਵਾਲੇ ਅਸਥਾਨ 'ਤੇ ਇਸ਼ਨਾਨ ਹਿਤ ਆਇਆ ਹੈ, ਉਹਨੇ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੁੰਦਾ ਇਹ ਪਾਵਨ ਸ਼ਬਦ ਜਿਹੜਾ ਹੈ, ਆਪਣੇ ਕੰਨਾਂ ਦੇ ਨਾਲ ਜਦੋਂ ਸੁਣਨਾ ਕੀਤਾ ਹੈ ਜੀ। ਬਿਸਮ ਰਹਿਓ ਆਪਣੇ ਮਨ ਮਾਹੀ। ਉਹ ਗੁਰੂ ਖਾਲਸਾ ਜੀ ਆਪਣੇ ਮਨ ਦੇ ਵਿੱਚ ਬੜਾ ਹੈਰਾਨ ਹੋਇਆ। ਮਨ ਹੀ ਮਨ ਹੈਰਾਨ ਹੈ ਜੀ। ਇਹ ਕਿਆ ਕੁਫਰ ਬਕਤ ਹੈ ਕੋਈ। ਔਰ ਉਹਨੇ ਜਾਣਿਆ ਵੀ ਇਹ ਕੋਈ ਕੁਫਰ ਝੂਠ ਬੋਲਦਾ ਪਿਆ ਹੈ, ਕਿਉਂਕਿ ਇਸਲਾਮ ਦੇ ਵਿੱਚ 14 ਪਾਤਾਲ ਆਕਾਸ਼ ਮੰਨੇ ਗਏ ਨੇ। ਬਾਣੀ ਆਪ ਜੀ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। ਜਦੋਂ ਉਹਨੇ ਗੁਰੂ ਖਾਲਸਾ ਜੀ ਇਹ ਜ਼ਿਕਰ ਸੁਣਿਆ ਨਾ, ਮਨ ਵਿੱਚ ਬੜਾ ਹੈਰਾਨ ਹੋ ਗਿਆ। ਹੈਰਾਨੀ ਇੰਨੀ ਆਈ, ਕਹਿ ਲੱਗਾ ਕਿ ਇਹ ਕੋਈ ਝੂਠ ਬੋਲਦਾ ਪਿਆ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤਾਪ ਤੋਂ ਜਾਣੂ ਨਹੀਂ ਸੀ, ਔਰ ਵਿਚਾਰ ਕਰਦਿਆਂ ਜਾਣਦਾ ਹੈ ਵੀ ਝੂਠ ਬੋਲਦੇ ਪਏ ਹਨ। ਕਹਿਓ ਕੁਰਾਨ ਕਿਤਾਬ ਨਾ ਸੋਈ। ਜੋ ਇਹਨਾਂ ਨੇ ਲੱਖਾਂ ਦਾ ਜ਼ਿਕਰ ਕੀਤਾ ਏ, ਉਹ ਪਾ ਕੇ ਕੁਰਾਨ ਸ਼ਰੀਫ ਦੇ ਵਿੱਚ ਜਿਹੜਾ ਇਹਦਾ ਜ਼ਿਕਰ ਨਹੀਂ ਹੈ। ਭਾਵ ਕੁਰਾਨ ਦੇ ਵਿੱਚ ਵੀ ਇਹਨੂੰ ਜਿਹੜਾ ਇਸ ਤਰੀਕੇ ਨਾਲ ਨਹੀਂ ਉਚਾਰਿਆ ਹੋਇਆ ਜੀ। ਤਰਕ ਕਰਤ ਅਸ ਗਇਓ ਸਮੀਪਾ। ਇੱਦਾਂ ਗੁਰੂ ਖਾਲਸਾ ਜੀ ਜਦੋਂ ਸੁਣਿਆ ਨਾ, ਤੇ ਅੰਦਰ ਤਰਕ ਪੈਦਾ ਹੋ ਗਈ। ਤਰਕ ਦੇ ਨਾਲ ਫਿਰ ਸਤਿਗੁਰੂ ਜੀ ਜਿੱਥੇ ਪੜ੍ਹ ਰਹੇ ਸੀ, ਉਹਨਾਂ ਦੇ ਸਮੀਪਾ ਨੇੜੇ ਕੋਲ ਗਿਆ ਹੈ ਜੀ। ਜਹ ਬੈਠੇ ਬੇਦੀ ਕੁਲ ਦੀਪਾ। ਜਿਸ ਅਸਥਾਨ ਤੇ ਬੇਦੀ ਕੁਲ ਦੇ ਕੁਲ ਦੀਪਾ ਧੰਨ ਗੁਰੂ ਨਾਨਕ ਸਾਹਿਬ ਜੀ ਪ੍ਰਕਾਸ਼ਮਾਨ ਹਨ। ਤੇਸ਼ ਨਗਾਨ ਲਗਿਓ ਮਰਦਾਨਾ। ਔਰ ਜਦੋਂ ਇਹ ਚੇਲਾ ਮੁਰੀਦ ਪੀਰ ਦਸਤਗੀਰ ਜੀ ਦਾ ਉੱਥੇ ਗਿਆ, ਔਰ ਧੰਨ ਗੁਰੂ ਨਾਨਕ ਸਾਹਿਬ ਜੀ ਜਿੱਥੇ ਸ਼ੁਭਾਇਮਾਨ ਸਨ, ਜਿਸ ਵੇਲੇ ਇਹ ਮੁਰੀਦ ਦਾ ਸਤਿਗੁਰੂ ਜੀ ਦੇ ਹਜ਼ੂਰ ਜਾਣਾ ਹੁੰਦਾ ਏ, ਉਸੇ ਸ਼ੇਨੀ ਭਾਈ ਸਾਹਿਬ ਭਾਈ ਮਰਦਾਨਾ ਜੀ ਜਿਹੜਾ ਉਹ ਗਾਵਣਾ ਸ਼ੁਰੂ ਕਰਦੇ ਹਨ। ਵਾਹਿ ਰਬਾਬ ਸਿਫਤ ਭਗਵਾਨਾ। ਔਰ ਗੁਰੂ ਖਾਲਸਾ ਜੀ ਰਬਾਬ ਬਸ ਪੜ੍ਹਦੇ ਹਨ। ਜਿੱਥੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਗਏ ਨੇ, ਨਾਲ ਭਾਈ ਮਰਦਾਨਾ ਜੀ ਔਰ ਨਾਲ ਰਬਾਬ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਭਾਈ ਸਾਹਿਬ ਜੀ ਨੇ ਰਬਾਬ ਨੂੰ ਵਜਾ ਕਰਕੇ
ਭਗਵਾਨਾ ਅਕਾਲ ਪੁਰਖ ਦੀ ਸਿਫਤ ਨੂੰ ਗਾਵਣਾ ਕੀਤਾ ਹੈ ਜੀ। ਖਰੋ ਹੋਏ ਸੁਨ ਕੈ ਚਿਰਤਾਈ। ਇਹ ਫੇ ਜਿਹੜਾ ਦਸਤਗੀਰ ਦਾ ਮੁਰੀਦ ਸੀ, ਚੇਲਾ ਸੀ, ਇਹ ਸਤਿਗੁਰੂ ਜੀ ਦੇ ਪਾਸ ਕੁਝ ਸਮਾਂ, ਲੰਬੇਰਾ ਸਮਾਂ ਖਲੋ ਕੇ ਉੱਥੋਂ ਇਹ ਜਿਹੜੀ ਬਾਣੀ ਹੈ, ਜੋ ਅਕਾਲ ਪੁਰਖ ਦੀ ਸਿਫਤ ਸਲਾਹ ਸੀ, ਉਸ ਨੂੰ ਸੁਣਦਾ ਪਿਆ ਹੈ ਜੀ। ਗਮਨਿਓ ਬੋਹਰ ਪੀਰ ਨਿਜ ਥਾਈ। ਕੁਝ ਕੁ ਸਮਾਂ ਸੁਣ ਕੇ ਤੇ ਮਨ ਡਹਿ ਲਿਆ ਨਾ, ਮਨ ਨੂੰ ਧੀਰਜ ਨਹੀਂ ਆਇਆ, ਮਨ ਮੰਨਿਆ ਨਹੀਂ। ਉਸ ਵੇਲੇ ਫੇ ਗੁਰੂ ਖਾਲਸਾ ਜੀ ਜਿੱਥੇ ਦਾ ਪੀਰ ਰਹਿੰਦਾ ਸੀ ਨਾ, ਦਸਤਗੀਰ, ਉੱਥੇ ਫਿਰ ਸਤਿਗੁਰੂ ਜੀ ਤੋਂ ਚੱਲ ਕੇ ਆਪਣੇ ਪੀਰ ਦੇ ਕੋਲ ਆਵਣਾ ਕਰਦਾ ਏ। ਅਵਸਰ ਪਾਏ ਸੋ ਬੂਜਨ ਕੀਨਾ। ਅਵਸਰ ਤੋਂ ਭਾਵ ਮੌਕਾ, ਜਦੋਂ ਵੇਲਾ ਬਣ ਗਿਆ ਨਾ ਪੀਰ ਦਸਤਗੀਰ ਜੀ ਦੇ ਕੋਲੋਂ ਪੁੱਛਣ ਵਾਸਤੇ ਵੀ ਪੀਰ ਜੀ ਦੇ ਨਾਲ ਹੁਣ ਬਚਨ ਕਰਾਂ, ਫਿਰ ਮੌਕਾ ਪਾ ਕੇ ਪੀਰ ਜੀ ਨੂੰ ਪੁੱਛਣਾ ਕਰਦਾ ਹੈ ਜੀ। ਹਜਰਤ ਸੁਨੋ ਕੁਫਰ ਇਕ ਪੀਨਾ। ਕਹਿ ਲੱਗਾ, ਹਜ਼ਰਤ ਜੀ, ਪੀਰ ਜੀ, ਸੁਣੋ, ਸੁਣਨਾ ਕਰੋ, ਇੱਕ ਬਾਹਰ ਜਿਹੜਾ ਏ ਕੋਈ ਕੁਫਰ ਝੂਠ ਬੋਲਦਾ ਪਿਆ ਹੈ ਜੀ। ਹਿੰਦੂ ਫਕੀਰ ਵਹਿ ਰਹਿ ਬੈਸਾ। ਕੋਈ ਹਿੰਦੂ ਫਕੀਰ ਕਰਕੇ ਆਇਆ ਏ ਔਰ ਉਹ ਬਾਹਰ ਜਿਹੜਾ ਅਸਥਾਨ ਤੇ ਬੈਸਾ ਬੈਠਾ ਹੋਇਆ ਹੈ ਜੀ। ਬਕਿਓ ਬਕਾਓ ਕੁਫਰ ਤਿਨ ਐਸਾ। ਔਰ ਉਹਨੇ ਜਿਹੜਾ ਏ ਬਹੁਤ ਜ਼ਿਆਦਾ ਕੁਫਰ ਝੂਠ ਜਿਹੜਾ ਏ ਬੋਲਣਾ ਕੀਤਾ ਏ। ਇਹੋ ਜਿਹਾ ਝੂਠ ਕੁਰਾਨ ਬਤਾਏ। ਕਹਿਣ ਲੱਗੇ, ਪੀਰ ਜੀ, ਆਪਾਂ ਜਿਸ ਪਾ ਕੇ ਕੁਰਾਨ ਦਾ ਜਾਪ ਕਰਦੇ ਆ, ਜਿਹਦੀ ਕਲਾਮ ਪੜ੍ਹਦੇ ਆ, ਉਸ ਪਾ ਕੇ ਕੁਰਾਨ ਦੇ ਅੰਦਰ ਤੇ 14 ਤਹਿਾਂ ਪਤਾਲਾਂ ਦੀਆਂ ਜਿਹੜਾ ਏ ਉਹ ਤਬਕ ਤਹਿਾਂ ਜਿਹੜਾ ਏ ਬਤਾਵਣਾ ਕੀਤੀਆਂ ਹਨ। ਏਤੇ ਹੀ ਤੁਮ ਆਪ ਸੁਨਾਏ। ਔਰ ਇਹ ਪੀਰ ਜੀ ਤੁਸੀਂ ਵੀ ਇੰਨੇ ਸੁਣਾਵਣਾ ਕੀਤੇ ਨੇ। ਪਾ ਕੇ ਕੁਰਾਨ ਵਿੱਚ ਵੀ 13 14 ਦਾ ਜ਼ਿਕਰ ਆਉਂਦਾ ਏ ਔਰ ਆਪ ਜੀ ਨੇ ਵੀ ਆਪਣੀ ਰਚਨਾ ਤੋਂ ਇੰਨੇ ਹੀ ਸੁਣਾਏ ਹਨ। ਤਿਸਨੈ ਲੱਖ ਆਕਾਸ਼ ਪਤਾਲੇ। ਪਰ ਪੀਰ ਜੀ ਜੋ ਬਾਹਰ ਆ ਕੇ ਹਿੰਦੀ ਫਕੀਰ ਕੁਫਰ ਤੋਲ ਰਿਹਾ ਏ, ਉਸਨੇ ਲੱਖਾਂ ਆਕਾਸ਼ ਪਤਾਲ ਜਿਹੜੇ ਨੇ ਉਹ ਬਿਆਨ ਕੀਤੇ ਹੋਏ ਨੇ। ਉਹ ਤੇ ਬਾਹਰ ਬੈਠ ਕੇ ਲੱਖਾਂ ਨੂੰ ਹੀ ਗਾਵੰਦਾ ਪਿਆ, ਲੱਖਾਂ ਹੀ ਦੱਸ ਰਿਹਾ ਹੈ ਜੀ। ਬੋਹਰ ਨ ਓਰਕ ਥਾਕ ਰਹਿ ਭਾਲੇ। ਔਰ ਫਿਰ ਇਹ ਵੀ ਦੱਸਦਾ ਪਿਆ ਵੀ ਅਜੇ ਉਹਨਾਂ ਦਾ ਕੋਈ ਓੜਕ ਨਹੀਂ ਹੈ। ਲੱਖਾਂ ਕਹਿ ਕੇ ਵੀ ਇਹ ਬਚਨ ਕਰ ਦਿੱਤਾ ਵੀ ਬਹੁਰ ਨਾ ਓਰਕ, ਅਜੇ ਵੀ ਉਹਨਾਂ ਦਾ ਕੋਈ ਓੜਕ ਨਹੀਂ ਹੈ, ਅਖੀਰ ਨਹੀਂ ਹੈ। ਉਹਨਾਂ ਨੂੰ ਭਾਲੇ ਭਾਲ ਭਾਲ ਕੇ ਖੋਜ ਖੋਜ ਕੇ ਥੱਕ ਰਹੇ, ਭਾਵ ਥੱਕ ਗਏ ਹਾਂ ਜੀ। ਸੁਨ ਕੈ ਅਚਰਜ ਮੂਜ ਮਨ ਆਵਾ। ਔਰ ਮੁਰੀਦ ਜਿਹੜਾ ਸੀ ਨਾ ਉਠਾ ਪਿਆ। ਪੀਰ ਦਸਤਗੀਰ ਜੀ ਦੇ ਕੋਲੋਂ 14 ਸੁਣੇ ਨੇ। ਜਿਹੜਾ ਹਿੰਦੀ ਫਕੀਰ ਜਿਸ ਨੂੰ ਇਹ ਦੱਸਦੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ, ਉਹਨਾਂ ਤੋਂ ਲੱਖਾਂ ਦਾ ਜ਼ਿਕਰ ਸੁਣਿਆ ਹੈ। ਅੰਦਰ ਦਵੈਤ ਜੀ ਪੈਦਾ ਹੋ ਗਈ ਤੇ ਹੁਣ ਪੀਰ ਜੀ ਦੇ ਸਨਮੁਖ ਬੈਠ ਕੇ ਕਹਿੰਦਾ ਏ ਕਿ ਇਹ ਪੀਰ ਜੀ, ਇਹ ਬਚਨ ਸੁਣ ਕੇ ਮੇਰੇ ਮਨ ਦੇ ਵਿੱਚ ਜਿਹੜੀ ਹੈ ਬੜੀ ਹੈਰਾਨਗੀ ਹੈ ਜੀ। ਸਹਿਓ ਨ ਜਾਏ ਜੋ ਤਾਹੇ ਸੁਨਾਵਾ। ਬੜੀ ਅਚਰਜਤਾ ਪੈਦਾ ਹੋਈ ਹੈ। ਜੋ ਫਕੀਰ ਨੇ ਸੁਣਾਵਣਾ ਕੀਤਾ ਏ, ਜੋ ਬਾਹਰ ਬੈਠਾ ਹਿੰਦੀ ਫਕੀਰ ਅਲਾ ਰਿਹਾ ਏ, ਉਹ ਮੇਰੇ ਕੋਲ ਸਹਾਰ ਨਹੀਂ ਹੋ ਰਿਹਾ। ਸਹਿਓ ਨਾ ਜਾਏ, ਜੋ ਉਹਨਾਂ ਨੇ ਲੱਖਾਂ ਹੀ ਬਿਆਨ ਕਰ ਦਿੱਤੇ ਨੇ, ਜਿਹੜੇ ਕਿ ਸਾਡੀ ਪਾ ਕੇ ਕੁਰਾਨ ਸ਼ਰੀਫ ਦੇ ਅੰਦਰ ਵੀ ਨਹੀਂ, ਜਦ ਕਿ ਤੁਸੀਂ ਵੀ 14 ਉਚਾਰੇ ਨੇ, ਤੇ ਜਿਹੜੇ ਉਹਨਾਂ ਨੇ ਇੰਨੇ ਲੱਖਾਂ ਜਾਂ ਓੜਕ ਅਜੇ ਫੇਰ ਕਿਆ ਥੱਕ ਰਹੇ ਆ। ਇਹ ਜਿਹੜਾ ਬਚਨ ਕੀਤਾ ਇਹ ਸਾਡੇ ਸਹਾਰਨ ਤੋਂ ਬਾਅਦ ਹੈ, ਭਾਵ ਅਸੀਂ ਸਹਾਰ ਨਹੀਂ ਸਕਦੇ ਜੀ। ਲਿਖਿਓ ਖਿਲਾਫ ਕੁਰਾਨ ਦਰਮਿਆਨ। ਕਹਿ ਲੱਗੇ ਜੋ ਫਿਰ ਪਾ ਕੇ ਕੁਰਾਨ ਵਿੱਚ ਲਿਖਿਆ ਹੋਇਆ ਹੈ ਨਾ, ਵੀ ਜੋ ਉਹਦੇ ਵਿੱਚ 14 ਦਾ ਜ਼ਿਕਰ ਆਉਂਦਾ ਹੈ, ਇਹਨਾਂ ਦੇ ਉਹਦੇ ਖਿਲਾਫ ਬੋਲਣਾ ਕੀਤਾ ਹੈ। ਲਿਖਣ ਦੇ ਅਨੁਸਾਰ ਪਾ ਕੇ ਕੁਰਾਨ ਸ਼ਰੀਫ ਦੀ ਮਰਜ਼ਾਦਾ ਦੇ ਅਨੁਸਾਰ ਇਹ ਉਹਦਾ ਖਿਲਾਫ ਬੋਲਦੇ ਹਨ। ਪੂਰੋ ਕਿਦੋਂ ਫਕੀਰ ਅਜਾਨ। ਇਹ ਕਿੱਧਰੋਂ ਕੋਈ ਅਣਜਾਣ ਫਕੀਰ ਲੱਗਦਾ ਹੈ। ਇਉਂ ਭਾਸਦਾ ਹੈ ਵੀ ਕੋਈ ਅਣਜਾਣ ਜਿਹਾ ਫਕੀਰ ਹੈ। ਕੂਰੋ ਤੋਂ ਭਾਵ ਝੂਠਾ, ਔਰ ਇਉਂ ਜਾਪਦਾ ਵੀ ਝੂਠਾ ਫਕੀਰ ਝੂਠ ਬੋਲਦਾ ਅਣਜਾਣ ਹੈ ਜੀ। ਇੱਕ ਤੋਂ ਇਹ ਤਿੰਨ ਕਹਿਓ ਅਚੰਬਾ। ਐ ਪੀਰ ਦਸਤਗੀਰ ਜੀ, ਇਹ ਸਾਰਾ ਹਾਲ ਜਿਹੜਾ ਹੈ ਨਾ, ਅੱਖੀ ਡਿਠਾ ਹਾਲ
ਪੀਰ ਦਸਤਗੀਰ ਦਾ ਮੁਰੀਦ ਜਿਹੜਾ ਏ ਉਹ ਜਾ ਕੇ ਆਪਣੇ ਪੀਰ ਨੂੰ ਦੱਸ ਰਿਹਾ। ਕਹਿੰਦਾ ਇੱਕ ਤੇ ਬੜੀ ਹੈਰਾਨਗੀ ਵਾਲੀ ਗੱਲ ਇਹ ਹੈ ਵੀ ਜੋ ਪਾਕੇ ਕੁਰੀਨ ਦੇ ਪਾਕੇ ਕੁਰਾਨ ਸ਼ਰੀਫ ਦੇ ਉਲਟ ਹੈ ਉਹ ਦੱਸਣਾ ਕੀਤਾ ਹੈ। ਦੂਜਾ ਫਿਰ ਜ਼ਿਕਰ ਕਰਦੇ ਕਹਿੰਦੇ ਇੱਕ ਤੇ ਇਹ ਮਨ ਵਿੱਚ ਅਚੰਭਾ ਹੈ ਜੀ। ਦੂਸਰ ਕੀਨ ਰਾਗ ਪ੍ਰਾਰੰਭਾ। ਔਰ ਦੂਸਰਾ ਇਹਨਾਂ ਨੇ ਰਾਗ ਜਿਹੜਾ ਹੈ ਬਾਹਰ ਆ ਕੇ ਪ੍ਰਾਰੰਭਾ ਕਰਨਾ ਭਾਵ ਪ੍ਰਾਰੰਭ ਕਰਨਾ ਕੀਤਾ ਹੈ। ਤੁਮਨੇ ਸਗਰੇ ਦੇਸ਼ ਮਝਾਰੀ। ਆ ਪੀਰ ਦਸਤਗੀਰ ਜੀ ਆਪ ਜੀ ਨੇ ਤੇ ਸਾਰੇ ਦੇਸ਼ ਦੇ ਵਿੱਚ ਹੀ ਕਰਨ ਸਰੋਧ ਕੀਨ ਹਟਕਾਰੀ। ਜੋ ਸਰੋਧ ਰਾਗ ਕਰਨਾ ਹੈ ਉਹ ਹਟਕਾਰੀ ਹਟਾਵਣਾ ਕੀਤਾ ਹੈ। ਇਸਲਾਮ ਮਤ ਦੇ ਵਿੱਚ ਰਾਗ ਦੀ ਬਹੁਤ ਮਨਾਹੀ ਜਿਹੜੀ ਸੀ ਉਹ ਜਾਣੀ ਜਾਂਦੀ ਸੀ ਔਰ ਉਹੀ ਕਾਰਨ ਹੋਇਆ ਦੋਨੋਂ ਕਾਰਜ ਉਲਟ ਲੱਗਦੇ ਨੇ ਉਹਨਾਂ ਨੂੰ ਆਪਣੇ। ਇੱਕ ਤੇ ਮਹਾਰਾਜ ਜੀ ਦੇ ਇਹ ਲੱਖਾਂ ਦੀ ਗਿਣਤੀ ਪਤਾਲ ਆਕਾਸ਼, ਦੂਜਾ ਸਤਿਗੁਰੂ ਜੀ ਦਾ ਭਾਈ ਮਰਦਾਨਾ ਜੀ ਰਾਹੀਂ ਰਬਾਬ ਦਾ ਵਜਾਉਣਾ। ਉਹ ਮੁਰੀਦ ਕਹਿੰਦਾ ਵੀ ਪੀਰ ਜੀ ਇੱਕ ਤੇ ਆਪਾਂ ਪਹਿਲਾਂ ਹੀ ਅਚੰਭਾ ਵੇਖ ਲਿਆ, ਦੂਜਾ ਇਹਨਾਂ ਨੇ ਜਿਹੜਾ ਰਾਗ ਗਾਵਣਾ ਕੀਤਾ, ਜਿਹੜਾ ਤੁਸੀਂ ਦੂਰ ਤੱਕ ਰਾਗ ਅਲਾਪਣਾ ਰਾਗ ਕਰਨਾ ਉਚਾਰਨਾ ਹਟਾਵਣਾ ਕੀਤਾ ਹੈ ਜੀ। ਜੇ ਸਮੀਪ ਹੋਏ ਆਇਸ ਭੰਗਾ। ਤੇ ਹੇ ਪੀਰ ਦਸਤਗੀਰ ਜੀ ਜੇ ਆਪਣੇ ਬਗਦਾਦ ਸ਼ਹਿਰ ਦੇ ਵਿੱਚ ਜੇ ਆਪਣੀ ਆਗਿਆ ਦੇ ਹੁੰਦਿਆਂ ਹੋਇਆ ਆਪਣੇ ਨੇੜੇ ਹੀ ਕੋਈ ਬਾਰ-ਬਾਰ ਬੈਠ ਕਰਕੇ ਆਪਣੀ ਆਗਿਆ ਨੂੰ ਭੰਗ ਕਰਨਾ ਕਰੇ ਜੀ। ਅਹ ਦੂਰ ਸੋ ਕਰੈ ਨਿਸੰਗਾ। ਤੇ ਇਹ ਬਾਤ ਜ਼ਾਹਰ ਹੈ ਵੀ ਜਿਹੜੇ ਦੂਰ ਦੁਰੇਡੇ ਵਸਦੇ ਪਏ ਨੇ, ਜਿਨ੍ਹਾਂ ਦਾ ਵਾਸਾ ਬੜੀ ਦੂਰ ਹੈ, ਨਿਸੰਗਾ, ਉਹ ਤੇ ਫਿਰ ਜਿਹੜਾ ਏ ਸ਼ਰੇਆਮ ਜਨਤਕ ਤੌਰ ਤੇ ਜਿਹੜਾ ਏ ਗੁਰੂ ਖਾਲਸਾ ਜੀ ਰਾਗ ਗਾਉਣਗੇ। ਇਸਲਾਮ ਦੇ ਵਿੱਚ ਰਾਗ ਦੀ ਮਨਾਹੀ ਸੀ ਤੇ ਉਹ ਜ਼ਿਕਰ ਕਰਦਾ ਹੈ ਮੁਰੀਦ, ਕਹਿੰਦਾ ਪੀਰ ਜੀ ਇਸ ਗੱਲ ਦੀ ਹੈਰਾਨਗੀ ਹੈ, ਅਚੰਭਾ ਏ ਵੀ ਤੁਹਾਡੇ ਕੋਲ ਹੁੰਦਿਆਂ ਤੁਹਾਡੀ ਆਇਸ ਨੂੰ ਭੰਗ ਕੀਤਾ ਏ, ਆਗਿਆ ਦਾ ਉਲੰਘਣਾ ਕੀਤਾ ਏ। ਜੇ ਕੋਲ ਬੈਠ ਕੇ ਆਗਿਆ ਦੀ ਉਲੰਘਣਾ ਹੋ ਰਹੀ ਹੈ ਤੇ ਜਿਹੜੇ ਆਪਣੇ ਤੋਂ ਦੂਰ ਬੈਠੇ ਹੋਏ ਨੇ ਉਹ ਤੇ ਨਿਸੰਗ ਬਿਨਾਂ ਕਿਸੇ ਭੈ ਦੇ ਬਿਨਾਂ ਕਿਸੇ ਜਿਹੜਾ ਏ ਆਗਿਆ ਦੇ ਵਜਾਉਣਾ ਕਰਨਗੇ। ਦਿਨ ਪ੍ਰਤ ਤੇਜ ਹੋਏ ਲਗੁ ਜਾਈ। ਇਸ ਤਰੀਕੇ ਦੇ ਨਾਲ ਦਿਨ ਪ੍ਰਤੀ ਦਿਨ ਭਾਵ ਹਰ ਰੋਜ਼ ਆਪਣਾ ਜਿਹੜਾ ਤੇਜ ਪ੍ਰਤਾਪ ਹੈ, ਜੋ ਪ੍ਰਭਾਵ ਹੈ, ਇਹ ਲੱਗ ਜਾਈ, ਇਹ ਛੋਟਾ ਹੋ ਜਾਏਗਾ। ਲੱਗ ਛੋਟੇ ਨੂੰ ਕਹਿੰਦੇ ਨੇ, ਦੀਰਘ ਵੱਡੇ ਨੂੰ ਉਚਾਰਦੇ ਨੇ। ਆਪਣਾ ਜਿਹੜਾ ਤੇਜ ਪ੍ਰਤਾਪ ਹੈ ਇਹ ਤੇ ਦਿਨ ਪ੍ਰਤੀ ਦਿਨ ਭਾਵ ਹਰ ਰੋਜ਼ ਫੇ ਘਟਣਾ ਸ਼ੁਰੂ ਹੋਵੇਗਾ। ਜੇ ਨਾ ਤਿਦਾਰਕ ਦੇਹੋ ਤਿਸ ਤਾਈ। ਜੇ ਆਪ ਜੀ ਤੇ ਸਤਾਈ ਭਾਵ ਜੋ ਹਿੰਦੀ ਫਕੀਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਕਹਿ ਰਹੇ ਸੀ ਵੀ ਜੋ ਇਹ ਬਾਹਰ ਫਕੀਰ ਆ ਕੇ ਬੈਠੇ ਹੋਏ ਨੇ, ਜਿਨ੍ਹਾਂ ਨੇ ਉਲੰਘਣਾ ਕੀਤੀ ਆ ਰਾਗ ਦੀ ਵੀ ਔਰ ਦੂਜਾ ਜਿਹੜਾ ਏ ਇਹਨਾਂ ਨੇ ਪਾ ਕੇ ਕੁਰਾਨ ਦੇ ਵਿੱਚ ਜੋ ਆਏ ਸ਼ਬਦਾਂ ਦੀ ਵੀ, ਜੇ ਇਹਨਾਂ ਨੂੰ ਆਪਾਂ ਸਜ਼ਾ ਨਾ ਦਿੱਤੀ ਤੇ ਵੀ ਆਪਣਾ ਜਿਹੜਾ ਪ੍ਰਤਾਪ ਹੈ, ਆਪਣਾ ਜਿਹੜਾ ਦਾਇਰਾ ਏ ਉਹ ਦਿਨ ਪ੍ਰਤੀ ਦਿਨ ਘਟ ਜਾਵੇਗਾ। ਇਸ ਵਾਸਤੇ ਕਹਿੰਦੇ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ, ਜੇ ਨਾ ਦਿਓਗੇ ਫਿਰ ਪ੍ਰਤਾਪ ਘਟੇਗਾ। ਇਸ ਫਕੀਰ ਨੇ ਕੁਫਰ ਉਚਾਰਾ। ਉਹ ਮੁਰੀਦ ਨੂੰ ਬੜਾ ਗੁੱਸਾ ਲੱਗਾ, ਮੁਰੀਦ ਦੇ ਕੋਲੋਂ ਰਿਹਾ ਨਹੀਂ ਗਿਆ। ਮੁਰੀਦ ਬਾਰ-ਬਾਰ ਕਹਿੰਦਾ ਪੀਰ ਦਸਤਗੀਰ ਜੀ ਇਹ ਜਿਹੜੇ ਬਾਹਰ ਫਕੀਰ ਆਏ ਹੋਏ ਨੇ ਨਾ, ਇਸ਼ਾਰਾ ਧੰਨ ਗੁਰੂ ਨਾਨਕ ਸਾਹਿਬ ਜੀ ਵੱਲ ਹੈ, ਇਹ ਜੋ ਬਾਹਰ ਫਕੀਰ ਆਏ ਨੇ ਇਹਨਾਂ ਨੇ ਬੜਾ ਕੁਫਰ ਝੂਠ ਜਿਹੜਾ ਉਚਾਰਨਾ ਕੀਤਾ ਹੈ ਜੀ। ਲਾਇਕ ਹੈ ਸਜਾਏ ਇਹੋ ਭਾਰਾ। ਔਰ ਇਹ ਲਾਇਕ ਨੇ ਭਾਵ ਜੋਗ ਨੇ, ਇਹਨਾਂ ਨੂੰ ਭਾਰੀ ਸਜ਼ਾ ਦੇਣੀ ਚਾਹੀਦੀ ਹੈ। ਇਹਨਾਂ ਨੂੰ ਜਿਹੜੀ ਹੈ ਜੋਗ ਸਜ਼ਾ ਦੇਣੀ ਚਾਹੀਦੀ ਹੈ। ਇਹਨਾਂ ਦੋ ਉਲੰਘਣਾ ਕੀਤੀਆਂ ਨੇ ਸਾਡੇ ਮਤ ਦੇ ਅਨੁਸਾਰ, ਇਹ ਸਜ਼ਾ ਦੇ ਹੱਕਦਾਰ ਹਨ। ਜੋ ਇਸ ਕੋ ਬਰ ਜੋ ਨਹਿ ਅਬ ਹੀ। ਔਰ ਉਸ ਵੇਲੇ ਫਕੀਰ ਦੇ ਮਨ ਵਿੱਚ ਤੇ ਕੁਝ ਹੈ ਜਾਂ ਨਹੀਂ, ਪਰ ਮੁਰੀਦ ਦੇ ਮਨ ਵਿੱਚ ਇਤਿਹਾਸ ਤੋਂ ਪਤਾ ਲੱਗਦਾ ਵੀ ਬਹੁਤ ਜ਼ਿਆਦਾ ਗੁਰੂ ਖਾਲਸਾ ਜੀ ਇਹ ਭਟਕਣਾ ਲੱਗੀ ਹੋਈ ਸੀ। ਉਹ ਬਾਰ-ਬਾਰ ਕਹਿ ਰਿਹਾ ਸੀ, ਕਹਿ ਲੱਗਾ ਫਕੀਰ ਜੀ ਜੇ ਹੁਣ ਵੀ ਤੁਸੀਂ ਇਹਨਾਂ ਨੂੰ ਨਾ ਰੋਕਣਾ ਕਰੋਗੇ, ਜੇ ਆਪ ਜੀ ਹੁਣ ਵੀ ਇਹਨਾਂ ਨੂੰ ਨਾ ਵਰਜਣਾ ਕਰੋਗੇ, ਮੁਸਲਮਾਨ ਕਾਫਰ ਹੋਵੇ ਸਭ ਹੀ। ਫੇ ਸਾਰੇ ਜਿਹੜੇ ਮੁਸਲਮਾਨ ਨੇ ਉਹ ਕਾਫਰ ਕਹਿਲਾਉਣਗੇ, ਉਹ ਕਾਫਰ ਕਹਿਲਾਉਣਗੇ ਆਪਣੇ ਆਪ ਨੂੰ। ਜਿਵੇਂ ਆਪਾਂ ਬਚਨ ਪੜ੍ਹਦੇ ਆ ਨਾ ਰਹਿਤਨਾਮਿਆਂ ਤੋਂ, ਇਤਿਹਾਸ ਤੋਂ,
ਗੁਰ ਕੀ ਨਿੰਦਾ ਸੁਨੇ ਨਾ ਕਾਨ, ਭੇਟ ਕਰੇ ਤੇ ਸੰਗ ਕਿਰਪਾਨ। ਇਹ ਗੁਰੂ ਕੇ ਖਾਲਸੇ ਦੇ ਵਿੱਚ ਪ੍ਰਚਲਿਤ ਹੈ, ਰਵਾਇਤ ਹੈ ਖਾਲਸੇ ਦੀ। ਇੱਦਾਂ ਹੀ ਉਹਨੇ ਗੁਰੂ ਖਾਲਸਾ ਜੀ ਆਪਣੇ ਫਕੀਰ ਦੇ ਸਨਮੁਖ ਕਿਹਾ ਮੁਰੀਦ ਨੇ ਕਿ ਪੀਰ ਜੀ, ਜੇ ਆਪਾਂ ਇਹਨਾਂ ਨੂੰ ਯੋਗ ਸਜ਼ਾ ਨਾ ਦਿੱਤੀ, ਇਹਨਾਂ ਤੇ ਰੋਕਬੰਦੀ ਨਾ ਲਾਈ, ਇਹਨਾਂ ਨੂੰ ਨਾ ਰੋਕਣਾ ਕੀਤਾ, ਤਾਂ ਇਹ ਜਿਹੜਾ ਸਾਰੇ ਮੁਸਲਮਾਨ ਜਿਹੜੇ ਨੇ ਇਹ ਆਪਣੇ ਆਪ ਨੂੰ ਕਾਫਰ ਹੀ ਕਹਿਲਾਵਣਾ ਕਰਨਗੇ। ਦਸਤਗੀਰ ਸੁਨ ਕੈ ਅਸ ਝੇਰਾ। ਕਹਿੰਦੇ ਇਹੋ ਜਿਹਾ ਜੋ ਝੇਰਾ ਸੀ ਨਾ, ਇਹ ਜੋ ਝਗੜਾ ਜਿਹਾ ਪੈ ਗਿਆ ਦੁਈ ਦਵੈਤ ਦਾ, ਇਹੋ ਜਿਹੇ ਝਗੜੇ ਨੂੰ, ਝੇਰੇ ਨੂੰ ਪੀਰ ਦਸਤਗੀਰ ਸੁਣ ਕਰਕੇ ਮਨ ਮੈਂ ਕੀਨੋ ਕ੍ਰੋਧ ਕਨੇਰਾ। ਜਿਉਂ ਜਿਉਂ ਚੇਲੇ ਨੇ ਦਵੈਤ ਸੁਣਾਈ, ਤਿਉਂ ਤਿਉਂ ਫਕੀਰ ਦਾ ਮਨ, ਜਿਹੜਾ ਪੀਰ ਦਾ ਮਨ ਸੀ ਨਾ ਦਸਤਗੀਰ ਦਾ, ਉਹ ਵੀ ਕਹਿੰਦੇ ਭਾਰੀ ਕ੍ਰੋਧੀ ਹੋਇਆ ਹੈ। ਆਇਸ ਸਗਰੇ ਨਗਰ ਪਠਾਈ। ਔਰ ਉਸ ਵੇਲੇ ਇੰਨਾ ਕ੍ਰੋਧ ਆ ਗਿਆ, ਕਹਿੰਦੇ ਕਿ ਪੀਰ ਦਸਤਗੀਰ ਨੇ ਸਾਰੇ ਨਗਰ ਦੇ ਵਿੱਚ, ਸਾਰੇ ਨਗਰ ਨੂੰ ਆਪਣੀ ਆਇਸ ਆਗਿਆ ਜਿਹੜੀ ਪਠਾਈ ਭੇਜਣਾ ਕੀਤੀ ਹੈ। ਸੰਗਸਾਰ ਤਿਸ ਕਰੀਏ ਜਾਈ। ਕਹਿਣ ਲੱਗੇ ਸੰਗਸਾਰ ਕਰੀਏ। ਜਿਹੜਾ ਫਕੀਰ ਬਾਹਰ ਬੈਠਾ ਹੋਇਆ ਨਾ, ਹਿੰਦੀ ਫਕੀਰ, ਜਿਹਨੇ ਲੱਖਾਂ ਪਤਾਲ ਆਕਾਸ਼ ਗਾ ਦਿੱਤੇ ਨੇ, ਜਿਹਨੇ ਸਾਡੀ ਮੱਤ ਦੇ ਉਲਟ ਰਾਗ ਅਲਾਪ ਦਿੱਤੇ ਨੇ, ਕਹਿੰਦੇ ਇਹਨਾਂ ਨੂੰ ਸੰਗਸਾਰ ਕਰਨਾ ਚਾਹੀਦਾ। ਇਸਲਾਮ ਦੇ ਵਿੱਚ ਇਹ ਭਾਰੀ ਸਜ਼ਾ ਜਾਣੀ ਜਾਂਦੀ ਹੈ। ਔਰ ਗੁਰੂ ਖਾਲਸਾ ਜੀ ਇਹ ਕਈ ਵਾਰ ਹੋਇਆ, ਪਹਿਲਾਂ ਵੀ ਕਈ ਵਾਰ ਹੋਇਆ, ਔਰ ਇੱਥੇ ਆ ਕੇ ਵੀ ਫਕੀਰ ਨੇ ਕਿਹਾ, ਫਿਰ ਪੀਰ ਦਸਤਗੀਰ ਨੇ ਵੀ ਸੰਗਸਾਰ ਕਰੀਏ। ਸੰਗਸਾਰ ਤੋਂ ਭਾਵ ਹੁੰਦਾ ਵੀ ਪੱਥਰ ਮਾਰਨੇ। ਇੱਕ ਭਾਰੀ ਸਜ਼ਾ ਸੀ ਉਹਨਾਂ ਸਮਿਆਂ ਦੀ। ਗੁਰੂ ਖਾਲਸਾ ਜੀ ਅਰਬੀ ਰੂਮੀ ਦੇਸ਼ਾਂ ਦੇ ਵਿੱਚ ਇਹ ਸਜ਼ਾ ਬਹੁਤ ਜ਼ਿਆਦਾ, ਪੱਥਰ ਮਾਰ ਮਾਰ ਕੇ ਜਾਨ ਤੋਂ ਮਾਰ ਦਿੱਤਾ ਜਾਂਦਾ ਸੀ। ਜਾਨ ਤੋਂ ਮਾਰਨ ਦੀਆਂ ਕਈ ਸਜ਼ਾਵਾਂ ਨੇ, ਪਰ ਉਹਨਾਂ ਦੇਸ਼ਾਂ ਵਿੱਚ ਇਹ ਸਜ਼ਾ ਜਿਹੜੀ ਬੜੀ ਪ੍ਰਚਲਿਤ ਸੀ। ਫਕੀਰ ਨੇ ਫਿਰ ਆਪਣੇ ਨਗਰ ਨੂੰ ਆਪਣੀ ਆਗਿਆ ਭੇਜੀ ਵੀ ਸੰਗਸਾਰ ਤਿਸ ਕਰੀਏ ਜਾਈ, ਕਿ ਆਪਾਂ ਸਾਰੇ ਚੱਲੀਏ। ਜਾ ਕੇ ਸਾਰੇ ਨਗਰ ਨੂੰ ਕਿਹਾ ਇਕੱਠੇ ਹੋ ਕੇ, ਜਿਹੜੇ ਫਕੀਰ ਨੇ ਇਹ ਅਲਾਪ ਕੀਤਾ, ਅਵਗਿਆ ਕੀਤੀ ਹੈ, ਉਹਨੂੰ ਸੰਗਸਾਰ ਕਰੋ, ਭਾਵ ਪੱਥਰ ਮਾਰ ਮਾਰ ਕੇ ਮਾਰਨਾ ਕਰੋ। ਸਭ ਚੱਲ ਜਾਹੋ ਨ ਲਾਵੋ ਦੇਰਾ। ਫਕੀਰ ਨੇ ਕਿਹਾ ਵੀ ਸਾਰਾ ਨਗਰ ਹੀ ਜਾਣਾ ਕਰੇ, ਔਰ ਕੋਈ ਬਹੁਤੀ ਦੇਰ ਨਹੀਂ ਲਾਵਣੀ, ਸਾਰੇ ਚੱਲ ਕੇ ਜਾਣਾ ਕਰੋ ਬਿਨਾਂ ਦੇਰੀ ਤੋਂ। ਹੁਕਮ ਭੰਗ ਕੀਨੋ ਤਿਨ ਮੇਰਾ। ਪੀਰ ਦਸਤਗੀਰ ਨੇ ਆਖਿਆ ਵੀ ਇਹਨੇ ਮੇਰਾ ਹੁਕਮ ਭੰਗ ਕੀਤਾ ਹੈ, ਹੁਕਮ ਦੀ ਉਲੰਘਣਾ ਕੀਤੀ ਹੈ। ਜਿਹੜਾ ਪੀਰ ਆਇਆ ਨਾ, ਹਿੰਦੀ ਪੀਰ, ਧੰਨ ਗੁਰੂ ਨਾਨਕ ਸਾਹਿਬ ਜੀ ਵੱਲ ਇਸ਼ਾਰਾ ਕਰਦੇ ਨੇ। ਬਗਦਾਦ ਵਿੱਚ ਸਤਿਗੁਰੂ ਜੀ ਨੂੰ ਪਹਿਲਾਂ ਉਹਨਾਂ ਨੇ ਹਿੰਦੀ ਪੀਰ ਦੇ ਨਾਮ ਨਾਲ ਜਾਣਿਆ ਸੀ। ਕਹਿ ਲੱਗੇ ਵੀ ਇਹਨੇ ਮੇਰੀ ਆਗਿਆ ਦਾ ਉਲੰਘਣ ਕੀਤਾ, ਮੇਰੀ ਆਗਿਆ ਤੋਂ ਬਾਹਰ ਹੀ ਹੋਏ ਨੇ, ਬਿਨਾਂ ਦੇਰੀ ਤੋਂ ਜਾ ਕੇ ਸਜ਼ਾ ਦੇਣਾ ਕਰੋ। ਵੈ ਹਦੂਰ ਜਿਨ ਕੀਨ ਟਠਾਈ। ਜਿਨੇ ਸਾਡੇ ਹਦੂਰ ਕੋਲ ਬੈਠ ਕੇ, ਭਾਵ ਨੇੜੇ ਹੋ ਕੇ, ਬਿਲਕੁਲ ਸਾਡੇ ਕਰੀਬ ਬੈਠ ਕੇ ਇਹ ਢਿਠਾਈ ਭਾਵ ਢੀਠਤਾ ਵਾਲਾ ਕਰਮ ਕਰਨਾ ਕੀਤਾ ਏ। ਦੂਰ ਭਏ ਤੇ ਕਸ ਡਰ ਪਾਈ। ਜੇ ਸਾਡੇ ਕੋਲ ਹੀ ਇਹੋ ਜਿਹੇ ਢੀਠਤਾਈ ਵਾਲੇ ਕਰਮ ਕੀਤੇ ਜਾਣਗੇ, ਜੇ ਕੋਲ ਬੈਠ ਕੇ ਹੀ ਸਾਡੀ ਆਗਿਆ ਦੀ ਉਲੰਘਣਾ ਹੋਵੇਗੀ, ਫਿਰ ਜਿਹੜੇ ਦੂਰ ਬਹਿੰਦੇ ਨੇ, ਜਿਹੜੇ ਦੂਰ ਰਹਿੰਦੇ ਨੇ, ਉਹ ਫਿਰ ਕਿਵੇਂ ਡਰਨਗੇ। ਇਸ ਵਾਸਤੇ ਕਹਿੰਦੇ ਇਹਨੇ ਸਾਡੇ ਕੋਲ ਬੈਠ ਕੇ ਇਹ ਢੀਠਤਾ ਵਾਲਾ ਕਰਮ ਕੀਤਾ, ਜਿਹੜੇ ਦੂਰ ਬੈਠੇ ਉਹ ਕਿਵੇਂ ਰੁਕਣਾ ਕਰਨਗੇ। ਇਹ ਬਗਦਾਦ ਜੋ ਥਾਨ ਮਹਾਨਾ। ਇਸ ਵਾਸਤੇ ਸਜ਼ਾ ਦੇਣ ਦੇ ਯੋਗ ਹੈ। ਇਹ ਜਿਹੜਾ ਬਗਦਾਦ ਸ਼ਹਿਰ ਹੈ, ਜੋ ਬੜਾ ਹੀ ਮਹਾਨ ਅਸਥਾਨ ਹੈ। ਤੁਰਕਾਨੇ ਕੋ ਬੜੋ ਟਿਕਾਨਾ। ਜਿਹੜਾ ਤੁਰਕਾਨੇ, ਤੁਰਕਾਂ ਦਾ ਵੱਡਾ ਟਿਕਾਣਾ ਹੈ, ਸਿਰਮੌਰ ਹੈ। ਜਿਵੇਂ ਰਾਜਧਾਨੀ ਹੁੰਦੀ ਹੈ, ਜ਼ਿਲ੍ਹਾ ਹੁੰਦਾ ਹੈ, ਇੱਦਾਂ ਉਹਨਾਂ ਨੇ ਆਪਣਾ ਗੁਰੂ ਖਾਲਸਾ ਜੀ ਬੜਾ ਵੱਡਾ ਟਿਕਾਣਾ ਬਣਾਇਆ ਹੋਇਆ ਸੀ। ਜਿਵੇਂ ਔਰੰਗਜ਼ੇਬ ਨੇ ਸਮੇਂ ਦੇ ਨਾਲ ਤਖਤ ਬਣਾਏ ਸੀ ਨਾ, ਦਿੱਲੀ ਦੇ ਵਿੱਚ, ਲਾਹੌਰ ਦੇ ਵਿੱਚ, ਕਲਾਨੌਰ ਦੇ ਵਿੱਚ, ਆਗਰੇ ਦੇ ਵਿੱਚ, ਇਸੇ ਤਰੀਕੇ ਦੇ ਨਾਲ ਉਸ ਵੇਲੇ ਬਗਦਾਦ ਸ਼ਹਿਰ ਵਿੱਚ ਵੀ ਬੜਾ ਵੱਡਾ ਟਿਕਾਣਾ ਸੀ ਇਹਨਾਂ ਦਾ। ਔਰ ਪੀਰ ਨੇ ਕਿਹਾ ਵੀ ਇਹ ਜਿਹੜਾ ਬਗਦਾਦ ਵੱਡਾ ਅਸਥਾਨ, ਜਿਹੜਾ ਤੁਰਕਾਨੇ ਘਰਾਣੇ ਦਾ ਵੱਡਾ ਟਿਕਾਣਾ ਹੈ ਜੀ, ਜੇਕਰ ਇਹਾਂ ਅਵਗਿਆ ਹੋਈ। ਜੇ ਕਰਕੇ ਇਸ ਵੱਡੇ ਥਾਂ ਤੇ ਹੀ ਅਵਗਿਆ ਹੋ ਜਾਏ, ਵੀ ਇੰਨੀ ਵੱਡੀ ਜਗ੍ਹਾ, ਇੰਨਾ ਮਹਾਨ ਅਸਥਾਨ
ਇੰਨੇ ਕਾਇਦੇ ਕਾਨੂੰਨ ਹੋਣ ਦੇ ਬਾਵਜੂਦ ਵੀ ਕਹਿੰਦੇ ਜੇ ਇਸ ਅਸਥਾਨ ਤੇ ਕੋਈ ਆ ਕੇ ਅਵਗਿਆ ਕਰਨਾ ਕਰੇ ਜੀ, ਪੁਨ ਮਰਿਆਦ ਰਖੈ ਨਹਿ ਕੋਈ। ਔਰ ਫੇ ਕਹਿੰਦੇ ਕੋਈ ਮਰਜ਼ਾਦਾ ਨਾ ਰੱਖੇ। ਜੋ ਇਥੋਂ ਦੀ ਮਰਜ਼ਾਦਾ ਸੀ ਵੀ ਇੱਥੇ ਰਾਗ ਅਲਾਪਣਾ ਮਨਾ ਹੈ, ਪਾ ਕੇ ਕੁਰਾਨ ਸ਼ਰੀਫ ਦੇ ਅਨੁਸਾਰ 14 ਪਤਾਲ ਤੇ ਆਕਾਸ਼ ਨੇ ਜਿਨ੍ਹਾਂ ਨੇ ਇਹਨਾਂ ਦੀ ਅਵਗਿਆ ਕੀਤੀ ਹੈ। ਫਿਰ ਕਹਿੰਦੇ ਇੱਥੇ ਆ ਕੇ ਕੋਈ ਮਰਜ਼ਾਦਾ ਨਹੀਂ ਰੱਖਣਾ ਕੀਤੀ, ਕਿਸੇ ਦਾਇਰੇ ਵਿੱਚ ਨਹੀਂ ਰਹਿਣਾ ਕੀਤਾ। ਦਸਤਗੀਰ ਕੀ ਆਇਸ ਪਾਏ। ਇਹੋ ਜਿਹਾ ਸਾਰਿਆਂ ਨੇ ਵਿਚਾਰਿਆ। ਜਦੋਂ ਦਸਤਗੀਰ ਦਾ ਹੁਕਮ ਗਿਆ ਨਾ ਸਾਰੇ ਸ਼ਹਿਰ ਨੂੰ, ਸਾਰੇ ਸ਼ਹਿਰ ਵਾਲੇ ਕਹਿੰਦੇ ਫਿਰ ਪੀਰ ਦਸਤਗੀਰ ਦੀ ਆਇਸ ਆਗਿਆ ਨੂੰ ਪਾ ਕਰਕੇ ਬਾਲਕ ਬੂਢੇ ਤਰੁਣੇ ਧਾਏ। ਜਿੰਨੇ ਵੀ ਬਾਲਕ ਗੁਰੂ ਖਾਲਸਾ ਜੀ ਜਿਹੜੇ ਬੱਚੇ ਸੀ, ਤਰੁਣੇ ਜਿਹੜੇ ਜਵਾਨ ਸੀ, ਔਰ ਬੂਢੇ ਕਹੀਏ ਜਿਹੜੇ ਬਜ਼ੁਰਗ, ਭਾਵ ਜਵਾਨੀ ਨੂੰ ਪਾਰ ਕਰ ਚੁੱਕੇ ਸੀ। ਇਹ ਵੇਖ ਲਈਏ, ਇਸ ਗੱਲ ਤੋਂ ਜ਼ਾਹਰ ਹੋ ਜਾਂਦਾ ਹੈ ਭਾਵੇਂ ਉਹ ਆਪਣੇ ਮਤ ਦੇ ਅਨੁਸਾਰ ਗਲਤ ਸੀ ਜਾਂ ਠੀਕ, ਆਪਣੇ ਇੱਕ ਪੀਰ ਦੀ ਆਵਾਜ਼ ਤੇ ਸਾਰੇ ਹੀ ਦੌੜੇ ਆਏ। ਅੱਜ ਗੁਰੂ ਕਾ ਖਾਲਸਾ ਵੀ ਇੱਕ ਹੁਕਮ ਤੇ ਇਕੱਠਾ ਹੋ ਜਾਂਦਾ ਹੈ ਨਾ। ਕਹਿੰਦੇ ਫਿਰ ਜਦੋਂ ਦਸਤਗੀਰ ਦੀ ਆਗਿਆ ਹੋਈ ਨਾ, ਸਾਰੇ ਨਗਰ ਨਿਵਾਸੀ ਬੱਚੇ ਜਵਾਨ ਬਜ਼ੁਰਗ ਜਿਹੜੇ ਨੇ ਸਾਰੇ ਦੌੜ ਕੇ ਆਏ ਹਨ। ਇੱਕ ਇੱਕ ਪਾਹਨ ਸਭ ਕਰ ਲੀਨਾ। ਸਾਰਿਆਂ ਨੇ ਗੁਰੂ ਖਾਲਸਾ ਜੀ ਇੱਕ ਇੱਕ ਜਿਹੜਾ ਪਾਹਨ ਪੱਥਰ ਹੈ ਨਾ, ਉਹ ਕਰ ਕਹੀਏ ਹੱਥ ਦੇ ਵਿੱਚ ਲੀਨਾ ਪਕੜਨਾ ਕੀਤਾ ਏ। ਚਲਨ ਲਗੇ ਬੜ ਰੋਰਾ ਕੀਨਾ। ਔਰ ਪੱਥਰ ਲੈ ਕੇ ਬਹੁਤ ਰੌਲਾ ਪਾਉਂਦੇ ਹੋਏ ਉਸ ਪਾਸੇ ਵੱਲ ਨੂੰ ਚੱਲੇ ਨੇ ਜਿੱਧਰ ਸਤਿਗੁਰੂ ਜੀ ਠਹਿਰੇ ਹਨ। ਸ਼੍ਰੀ ਨਾਨਕ ਸੁਨ ਕੈ ਤਿਹ ਕਾਲਾ। ਇਧਰੋਂ ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿੱਥੇ ਸ਼ੁਭਾਏਮਾਨ ਸੀ ਨਾ, ਇਧਰ ਨੂੰ ਪੀਰ ਦੀ ਆਗਿਆ ਨੂੰ ਪਾ ਕੇ ਸ਼ਹਿਰ ਨਿਵਾਸੀ ਇੱਕ ਇੱਕ ਪੱਥਰ ਹੱਥ ਪਕੜਿਆ ਹੋਇਆ ਤੇ ਦੌੜੇ ਆਉਂਦੇ ਨੇ, ਮਾਰ ਲੋ ਮਾਰ ਲੋ ਇਤਿਆਦਿਕ ਜਿਹੜਾ ਨਾਰਾ ਮਾਰਦੇ ਆਉਂਦੇ, ਬੜਾ ਰੌਲਾ ਪਾਉਂਦੇ ਆਉਂਦੇ ਨੇ। ਅੱਗੇ ਮਹਾਰਾਜ ਜੀ ਸ਼ੁਭਾਏਮਾਨ ਸੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਵੇਲੇ ਇਹ ਬਚਨ ਸੁਣਿਆ, ਇਹ ਰੌਲਾ ਸੁਣਨਾ ਕੀਤਾ ਏ। ਉੱਚੀ ਦੀਨੀ ਬਾਂਗ ਵਿਸਾਲਾ। ਔਰ ਉਸ ਵੇਲੇ ਗੁਰੂ ਖਾਲਸਾ ਜੀ ਬੜੀ ਉੱਚੀ ਆਵਾਜ਼ ਦੇ ਵਿੱਚ, ਪੂਰੀ ਗਰਜਵੀਂ ਆਵਾਜ਼ ਦੇ ਵਿੱਚ ਜਿਹੜਾ ਮਹਾਰਾਜ ਜੀ ਨੇ ਬਾਂਗ ਜਿਹੜਾ ਏ ਉਚਾਰਨਾ ਕੀਤੀ ਹੈ। ਨਿਰੰਕਾਰ ਸਤਿ ਸ੍ਰੀ ਅਕਾਲਾ। ਸਭ ਤੋਂ ਪਹਿਲਾਂ ਨਿਰੰਕਾਰ, ਨਿਰੰਕਾਰ ਤੋਂ ਭਾਵ ਹੈ ਨਿਰਾ ਆਕਾਰ। ਪਹਿਲਾਂ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਰਾ ਮਾਰਦੇ ਨੇ, ਨਿਰੰਕਾਰ ਸਤਿ ਸ੍ਰੀ ਅਕਾਲਾ। ਜੋ ਸਤ ਸਤਿ ਸਵਰੂਪ ਅਕਾਲਾ, ਅਕਾਲ ਤੋਂ ਰਹਿਤ ਨਿਰਾ ਆਕਾਰ ਨਿਰੰਕਾਰ ਹੈ। ਸਭ ਤੋਂ ਪਹਿਲਾਂ ਇਹ ਜਿਹੜਾ ਨਾਰਾ ਉਚਾਰਨਾ ਕੀਤਾ ਏ। ਗੁਰਬਾਰ ਏਕ ਓੰਕਾਰ ਕਿਰਪਾਲਾ। ਔਰ ਫਿਰ ਕਿਰਪਾਲੂ ਪਾਤਸ਼ਾਹ ਜੀ ਨੇ ਆਪਣੀ ਤਰਫੋਂ ਵੀ ਇਹ ਜਿਹੜਾ ਨਾਰਾ ਬੁਲੰਦ ਕੀਤਾ, ਗੁਰਬਾਰ ਏਕ ਓੰਕਾਰ। ਇਹ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਪੱਖ ਤੋਂ ਕਿ ਸਭ ਤੋਂ ਪਹਿਲਾ ਨਾਰਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਗੁਰੂ ਖਾਲਸਾ ਜੀ ਬਗਦਾਦ ਸ਼ਹਿਰ ਵਿੱਚ ਜਦੋਂ ਮਹਾਰਾਜ ਜੀ ਨੂੰ ਦਸਤਗੀਰ ਪੀਰ ਦੇ ਕਹਿਣ ਤੇ ਸਾਰਾ ਨਗਰ ਪੱਥਰ ਸੰਸਾਰ ਕਰਨ ਵਾਸਤੇ ਦੌੜਿਆ ਆਇਆ ਤੇ ਹਜੂਰ ਨੇ ਉਸ ਵੇਲੇ ਇਹ ਜਿਹੜਾ ਨਾਰਾ ਸੀ ਨਾ ਬੁਲੰਦ ਕੀਤਾ, ਗੁਰਬਰ ਅਕਾਲ ਸਤਿ ਸ੍ਰੀ ਅਕਾਲ। ਜ਼ਿਕਰ ਕਰਦੇ ਨਿਰੰਕਾਰ ਸਤਿ ਸ੍ਰੀ ਅਕਾਲਾ, ਗੁਰਬਰ ਏਕ ਓੰਕਾਰ ਕਿਰਪਾਲਾ। ਮਹਾਰਾਜ ਜੀ ਨੇ ਇਹ ਜਿਹੜਾ ਬਚਨ ਸੀ ਬੜੀ ਉੱਚੀ ਆਵਾਜ਼ ਦੇ ਵਿੱਚ ਬੁਲੰਦ ਕਰਕੇ ਉਚਾਰ ਰਿਹਾ ਹੈ ਜੀ। ਸੁਨ ਕਰ ਬਾਂਗ ਸਰਬ ਨਰ ਨਾਰੀ। ਜਿਸ ਵੇਲੇ ਮਹਾਰਾਜ ਜੀ ਨੇ ਇਹ ਨਾਰਾ ਬੁਲੰਦ ਕੀਤਾ ਉੱਚੀ ਆਵਾਜ਼ ਦੇ ਅੰਦਰ, ਤੇ ਜਿੰਨੇ ਵੀ ਦੌੜੇ ਆਉਂਦੇ ਸੀ ਨਾ, ਮਹਾਰਾਜ ਜੀ ਦਾ ਇਹ ਬਚਨ ਸੁਣ ਕੇ, ਇਹ ਬਾਂਗ ਸੁਣ ਕੇ ਸਾਰੇ ਨਰ ਨਾਰੀਆਂ ਇਤਿਆਦਿਕ ਸੁਨ ਮੁਨ ਹੋਏ ਇੱਕ ਵਾਰੀ। ਸਾਰੇ ਜਿੱਦਾਂ ਵੀ ਤੁਰੇ ਆਉਂਦੇ ਸੀ ਨਾ, ਸਾਰੇ ਸੁਨ ਮੁਨ ਹੋ ਗਏ, ਮੂਰਛਿਤ ਹੋ ਗਏ। ਭਾਵ ਜਿੱਥੇ ਤੁਰੇ ਆ ਰਹੇ ਸੀ, ਜੇ ਕਿਸੇ ਨੇ ਪੱਥਰ ਵਟਿਆ ਤੇ ਇੱਥੇ ਹੀ ਬਾਹਰ ਆ ਗਈ, ਕੋਈ ਪਿੱਛੇ ਸੀ, ਕੋਈ ਇੱਥੇ ਛੱਡ ਰਿਹਾ ਸੀ ਉੱਥੇ ਹੀ ਰਹਿ ਗਈ, ਕਿਸੇ ਦਾ ਕਦਮ ਧਰਤੀ ਤੋਂ ਉੱਠਿਆ ਤੇ ਉੱਠਿਆ ਹੀ ਰਹਿ ਗਿਆ, ਕੋਈ ਕਿਸੇ ਤਰੀਕੇ ਦੇ ਨਾਲ ਕੋਈ ਥੱਲਿਓਂ ਪੱਥਰ ਚੁੱਕ ਰਿਹਾ ਸੀ ਤੇ ਝੁਕਿਆ ਹੀ ਰਹਿ ਗਿਆ। ਮਹਾਰਾਜ ਜੀ ਨੇ ਜਦੋਂ ਇਹ ਆਵਾਜ਼, ਇਹ ਨਾਰਾ ਬੁਲੰਦ ਕੀਤਾ ਤੇ ਜ਼ਿਕਰ ਆਉਂਦਾ ਵੀ ਸਾਰੇ ਸੁਨ ਸਮਾਨ ਹੋ ਗਏ, ਸਾਰੇ ਸੁਨ ਮਨ ਹੋ ਗਏ, ਮੂਰਛਿਤ ਹੋ ਗਏ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਨੇ ਬੜਾ ਸੁੰਦਰ ਜ਼ਿਕਰ ਕੀਤਾ ਆਪਣੀਆਂ ਵਾਰਾਂ ਦੇ ਵਿੱਚ। ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ। ਉਸ ਵੇਲੇ ਜ਼ਿਕਰ ਆਉਂਦਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਗ ਨਿਵਾਜ ਕਰ,
ਸੁਨ ਸਮਾਨ ਹੁਆ ਜਹਾਨਾ। ਜਦੋਂ ਮਹਾਰਾਜ ਜੀ ਨੇ ਫਿਰ ਉੱਚੀ ਬਾਂਗ ਦਿੱਤੀ ਨਾ, ਇਹ ਨਾਰਾ ਬੁਲੰਦ ਕੀਤਾ, ਕਹਿੰਦੇ ਫਿਰ ਸਾਰਾ ਸ਼ਹਿਰ ਜਿਹੜਾ ਸੀ ਸੁੰਨ ਮੁੰਨ ਹੋ ਗਿਆ। ਸੁੰਨ ਮੁੰਨ ਨਗਰੀ ਭਈ, ਸਾਰੀ ਨਗਰੀ ਗੁਰੂ ਖਾਲਸਾ ਜੀ ਉਸ ਵੇਲੇ ਕਹਿੰਦੇ ਮੂਰਛਤ ਹੋਈ ਹੈ ਜੀ। ਜਬੇ ਬਿਲੋਕੀ ਅਜਮਤ ਪੀਨਾ। ਔਰ ਜਦੋਂ ਪੀਰ ਦਸਤਗੀਰ ਨੇ ਆਪਣਾ ਧਿਆਨ ਆਪਣਾ ਖਿਆਲ ਲਾ ਕੇ ਗੁਰੂ ਖਾਲਸਾ ਜੀ ਇਸ ਅਜਮਤ ਨੂੰ ਜਿਹੜਾ ਤਕੜੀ ਅਜਮਤ ਭਾਰੀ ਅਜਮਤ ਨੂੰ ਜਿਹੜਾ ਹੈ ਬਿਲੋਕੀ ਕੀ ਦੇਖਣਾ ਕੀਤਾ ਹੈ। ਆਪਹਿ ਪੀਰ ਪਿਆਨੋ ਕੀਨਾ। ਫਿਰ ਪੀਰ ਦਸਤਗੀਰ ਆਪਣੇ ਆਸਣ ਤੋਂ ਉੱਠ ਕੇ ਜਿਹੜਾ ਹੈ ਇਸ ਪਾਸੇ ਵੱਲ ਨੂੰ ਜਿੱਥੇ ਲੋਕ ਮੂਰਛਤ ਹੋਏ ਨੇ ਇਧਰ ਨੂੰ ਚੱਲਿਆ ਹੈ ਜੀ। ਮਾਨਵ ਬ੍ਰਿੰਦ ਲਿਏ ਨਿਜ ਸੰਗਾ। ਆਪਣੇ ਸਾਰੇ ਚੇਲੇ ਮੁਰੀਦ ਜਿੰਨੇ ਵੀ ਹੋਰ ਮਾਨਸ ਮਨੁੱਖ ਸੀ ਸਾਰਿਆਂ ਨੂੰ ਆਪਣੇ ਸੰਗਾਂ ਨਾਲ ਲੈ ਕੇ ਚੱਲਦਾ ਹੈ ਜੀ। ਜੀਤਨ ਆਇਓ ਹਿਰਦੈ ਉਮੰਗਾ। ਬੜੀ ਉਮੰਗ ਦੇ ਨਾਲ ਤਮਾ ਦੇ ਨਾਲ ਬੜੇ ਉਤਸ਼ਾਹ ਦੇ ਨਾਲ, ਕਿਉਂਕਿ ਉਹਨੂੰ ਵੀ ਆਪਣੇ ਆਪ ਤੇ ਬੜਾ ਗੁਮਾਨ ਸੀ। ਉਹ ਵੀ ਬਗਦਾਦ ਸ਼ਹਿਰ ਵਿੱਚ ਦਸਤਗੀਰ ਪੀਰ ਮੰਨਿਆ ਪਰਮੰਨਿਆ ਸੀ ਗੁਰੂ ਖਾਲਸਾ ਜੀ। ਸਾਰਾ ਸ਼ਹਿਰ ਜ਼ਿਕਰ ਆਉਂਦਾ ਕਿ ਉਹਨੂੰ ਦਸਤਗੀਰ ਕਰਕੇ ਜਾਣਦਾ ਸੀ। ਦਸਤ ਕਹਿੰਦੇ ਨੇ ਹੱਥ ਨੂੰ ਤੇ ਗੀਰ ਕਹਿੰਦੇ ਪਕੜਨ ਨੂੰ, ਵੀ ਇਹ ਪੀਰ ਸਾਡਾ ਅਪਦਾ ਬਿਪਤਾ ਔਰ ਓੜਕ ਦੇ ਸਮੇਂ ਤੇ ਹੱਥ ਪਕੜਨ ਵਾਲਾ ਹੈ। ਉਸ ਵੇਲੇ ਕਹਿੰਦੇ ਆਪਣੇ ਗੁਮਾਨ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਤਮਾ ਦੇ ਨਾਲ ਮਹਾਰਾਜ ਜੀ ਨੂੰ ਜਿੱਤਣ ਵਾਸਤੇ ਅੱਗੇ ਵਧਿਆ ਹੈ ਜੀ। ਨਿਜ ਅਜਮਤ ਜੜਤਾ ਸਭ ਕੇਰੀ। ਕਵੀ ਰਾਜ ਜੀ ਜ਼ਿਕਰ ਕਰਦੇ ਨੇ, ਕਹਿੰਦੇ ਵੀ ਇਹਦੇ ਕੋਲ ਥੋੜੀ ਜੀ ਅਜਮਤ ਹੈ ਸੀ। ਆਪਣੀ ਅਜਮਤ ਦੇ ਨਾਲ ਆਪਣੀ ਸ਼ਕਤੀ ਦੇ ਨਾਲ ਜਿਹੜੀ ਇਹਦੇ ਕੋਲ ਕਰਾਮਾਤ ਪਾਵਰ ਹੈ ਸੀ ਉਹਦੇ ਨਾਲ ਇਹਨੇ ਸਾਰਿਆਂ ਦੀ ਜੜਤਾ ਇੱਕ ਵਾਰ ਤੇ ਗੇਰੀ ਲਾ ਦਿੱਤੀ, ਸੁੱਟ ਦਿੱਤੀ। ਭਾਵ ਜਿਹੜੇ ਮਹਾਰਾਜ ਜੀ ਨੇ ਮੂਰਛਤ ਕੀਤੇ ਸੀ ਨਾ ਉਹ ਸਾਰੇ ਇੱਕ ਵਾਰ ਫਿਰ ਜਿਹੜਾ ਹੈ ਸੁਰਜੀਤ ਕਰ ਦਿੱਤੇ ਨੇ, ਫਿਰ ਆਪਣੇ ਨਵੇਂ ਰੂਪ ਚ ਲੈ ਆਉਂਦੇ ਹਨ। ਦਸਤਗੀਰ ਹਰ ਦੀ ਬਿਨ ਦੇਰੀ। ਪੀਰ ਦਸਤਗੀਰ ਨੇ ਉਹਨਾਂ ਸਾਰਿਆਂ ਦੀ ਜਿਹੜੀ ਮੂਰਛਤਾ ਸੀ ਨਾ ਬਿਨਾਂ ਦੇਰੀ ਤੋਂ ਜਿਹੜਾ ਹਰ ਦੀ ਭਾਵ ਖੋਹ ਲੈਣਾ ਕੀਤੀ ਹੈ। ਗਰਭ ਚਲਾ ਜੈ ਸੁਮਤ ਨਕੇਤੂ। ਕਵੀ ਰਾਜ ਜੀ ਜ਼ਿਕਰ ਕਰਦੇ ਨੇ, ਕਹਿੰਦੇ ਫਿਰ ਗਰਭ ਚਲਾ, ਗਰਭ ਹੰਕਾਰ ਨੂੰ ਕਹਿੰਦੇ ਨੇ। ਬੱਬੇ ਦੇ ਨਾਲ ਆਵੇ ਤੇ ਹੰਕਾਰ, ਪੱਬੇ ਦੇ ਨਾਲ ਆਵੇ ਤੇ ਮਾਤਾ ਦਾ ਗਰਭ। ਕਹਿ ਲੱਗੇ ਗਰਭ ਚਲਾ, ਬੜੇ ਮਾਣ ਦੇ ਨਾਲ ਹੰਕਾਰ ਦੇ ਨਾਲ ਚੱਲਿਆ ਜਿੱਥੇ ਸੁਮਤ ਨਕੇਤੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜਾ ਏ ਸ੍ਰੇਸ਼ਟ ਮਤ ਦੇ ਧਾਰਨੀ ਸ਼ੁਭਾਇਮਾਨ ਹਨ। ਭਾਨ ਤੇਜ ਹਰ ਚਹਿ ਖਾਦਿਓ ਤੂ। ਕਵੀ ਰਾਜ ਜੀ ਜ਼ਿਕਰ ਕਰਦੇ ਨੇ ਭਾਨ ਤੇਜ, ਜਿਵੇਂ ਟਟਾਣਾ ਜਿਹੜਾ ਹੁੰਦਾ ਹੈ ਨਾ ਗੁਰੂ ਖਾਲਸਾ ਜੀ ਉਹ ਸੂਰਜ ਦੇ ਪ੍ਰਕਾਸ਼ ਨੂੰ ਜਿਹੜਾ ਹੈ ਖੋਣਾ ਚਾਹੁੰਦਾ ਹੈ। ਭਾਨ ਤੇਜ, ਭਾਨ ਜਿਹੜਾ ਕਹਿੰਦੇ ਸੂਰਜ ਨੂੰ, ਔਰ ਹਰ ਚਾਹ ਖਾਦਿਓ ਤੂ, ਹਰ ਤੋਂ ਭਾਵ ਹਰਨਾ। ਇਹ ਜਿਵੇਂ ਟਟਾਣਾ ਚਾਹੁੰਦਾ ਨਾ ਵੀ ਸੂਰਜ ਦੇ ਪ੍ਰਤਾਪ ਨੂੰ ਹਰ ਲਵਾਂ, ਇਹਦਾ ਕਹਿੰਦੇ ਟਟਾਣੇ ਦੀ ਨਿਆਈ ਪੀਰ ਦਸਤਗੀਰ ਸੂਰਜ ਦੀ ਨਿਆਈ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਹਰਨ ਵਾਸਤੇ ਚੱਲਿਆ ਹੈ। ਸਭ ਇੱਕ ਬਾਰ ਆਏ ਚੋ ਫੇਰੇ। ਔਰ ਜਿੰਨੇ ਵੀ ਪਹਿਲਾਂ ਮੂਰਛਤ ਹੋਏ ਮੁੜ ਪੀਰ ਦਸਤਗੀਰ ਨੇ ਫਿਰ ਜਿਹੜਾ ਉਹਨਾਂ ਦੀ ਮੂਰਛਤਾ ਲਾ ਕੇ ਉਹਨਾਂ ਨੂੰ ਸੁਰਜੀਤ ਕਰ ਲਿਆ। ਉਹ ਸਾਰੇ ਪੀਰ ਦਾ ਪੱਖ ਦਿੰਦਿਆ ਹੋਇਆ ਫਿਰ ਜਿਹੜਾ ਚੌਗਿਰਦੇ ਪੀਰ ਦਸਤਗੀਰ ਦੇ ਆਏ ਹਨ। ਹਿਤ ਮਾਰਨ ਕੀਏ ਪੂਜਾ ਉਚੇਰੇ। ਔਰ ਕਹਿੰਦੇ ਦੂਜੀ ਵਾਰ ਫੇਰ ਪੱਥਰ ਮਾਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਵੱਲ ਨੂੰ ਆਪਣੀਆਂ ਪੁਜਾਵਾਂ ਜੋ ਬਾਹਾਂ ਨੇ ਉਚੇਰੇ ਉਤਾਂਹ ਨੂੰ ਕਰਨਾ ਕੀਤੀਆਂ ਹਨ। ਇੱਕ ਇੱਕ ਪਾਹਨ ਸਭ ਕਰ ਮਾਹੀ। ਜਿੰਨੇ ਵੀ ਲੋਕ ਗੁਰੂ ਖਾਲਸਾ ਜੀ ਆਏ ਹੋਏ ਸੀ ਨਾ, ਜ਼ਿਕਰ ਆਉਂਦਾ ਵੀ ਸਾਰਿਆਂ ਦੇ ਹੱਥਾਂ ਦੇ ਵਿੱਚ ਇੱਕ ਇੱਕ ਪਾਹਨ ਕਹੀਏ ਪੱਥਰ ਹੈ ਸੀ। ਆਨਗਨ ਮਾਨਵ ਗਿਣਤੀ ਨਾਹੀ। ਕਹਿਣ ਲੱਗੇ ਅਨੇਕਾਂ ਹੀ ਮਨੁੱਖ ਸੀ, ਉਹਨਾਂ ਦੀ ਕੋਈ ਗਿਣਤੀ ਨਹੀਂ, ਭਾਵ ਅਣਗਿਣਤੀ ਲੋਕ ਆਏ ਹਨ। ਜਬ ਮਨ ਵਿਖੇ ਚਹਤ ਸਭ ਮਾਰਾ। ਜਿਸ ਵੇਲੇ ਕਹਿੰਦੇ ਸਾਰਿਆਂ ਦੇ ਮਨ ਦੇ ਵਿੱਚ ਇਹ ਫੁਰਨਾ ਫੁਰਿਆ ਨਾ, ਮਨ ਵਿੱਚ ਮਾਰਨ ਦੇ ਪਰਤਾਏ। ਅਜੇ ਹੱਥ ਨੂੰ ਹਰਕਤ ਬਾਹਰ ਵਿੱਚ ਦੇਣੀ ਸੀ, ਪਹਿਲਾਂ ਮਨ 'ਚ ਵਿਚਾਰਿਆ। ਜਦੋਂ ਕਹਿੰਦੇ ਵੀ ਮਨ ਵਿੱਚ ਮਾਰਨ ਦੇ ਪਰਥਾਏ ਚਾਹਿਆ ਹੈ ਜੀ। ਤਿਹ ਛਿਨ ਸ਼੍ਰੀ ਪ੍ਰਭ ਕੀਨ ਹੁੰਕਾਰਾ। ਉਸੇ ਛਿਨ ਗੁਰੂ ਖਾਲਸਾ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੇ ਬਲ ਦੇ ਨਾਲ ਜਿਹੜਾ ਹੁੰਕਾਰਾ ਮਾਰਨਾ ਕੀਤਾ ਹੈ। ਪੁਰਾਤਨ
ਧਾਰਮਿਕ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਵੀ ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਨੂੰ ਰਚਨਾ ਹੁੰਦਾ ਹੈ ਨਾ, ਉਦੋਂ ਆਪਣੇ ਮੁਖਾਰ ਤੋਂ ਓੰਕਾਰ ਉਚਾਰਦਾ ਹੈ। ਓੰਕਾਰ ਤੋਂ ਗੁਰੂ ਖਾਲਸਾ ਜੀ ਸਾਰੀ ਪੈਦਾਇਸ਼ ਕਾਇਨਾਤ ਜਿਹੜੀ ਆ ਉਹ ਜ਼ਾਹਰ ਹੋ ਜਾਂਦੀ ਹੈ। ਜਿਵੇਂ ਆਪਾਂ ਪੜ੍ਹਦੇ ਆ, ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸਾਲ ਜੁਗ ਭਏ ਇਤਿਆਦਿਕ। ਤੇ ਜਦੋਂ ਨੇ ਸਾਰੇ ਪਸਾਰੇ ਹੋਏ ਪਸਰੇ ਨੂੰ ਪਸਰੇ ਹੋਏ ਪਸਾਰੇ ਨੂੰ ਸਮੇਟਣਾ ਹੁੰਦਾ, ਉਦੋਂ ਫਿਰ ਆਪਣੇ ਮੁਖ ਤੋਂ ਜਿਹੜਾ ਗੁਰੂ ਖਾਲਸਾ ਜੀ ਇੱਕ ਹੂੰ ਸ਼ਬਦ ਉਚਾਰਦਾ, ਹੁੰਕਾਰਾ ਮਾਰਦਾ, ਉਹਦੇ ਨਾਲ ਸਾਰਾ ਜਿਹੜਾ ਫੁਰਨਾ ਹੀ ਆ ਪਰਮੇਸ਼ਰ ਦਾ। ਕਿਉਂਕਿ ਏਕ ਕਵਾਵਾ ਤੇ ਸਭ ਹੋਆ, ਸਾਰਾ ਕੁਝ ਹੀ ਪਰਮੇਸ਼ਰ ਨੇ ਏਕ ਕਵਾਵਾ ਗੁਰੂ ਖਾਲਸਾ ਜੀ ਓੰਕਾਰ ਕਿਆ ਦੇ ਪੈਦਾਇਸ਼ ਹੋ ਗਈ। ਫਿਰ ਇੱਕ ਫੁਰਨਾ ਜਿਹੜਾ ਸੀ ਉਹ ਕੀਤਾ ਹੁੰਕਾਰੇ ਦਾ, ਤੇ ਸਾਰੀ ਸ੍ਰਿਸ਼ਟੀ ਜਿਹੜੀ ਸੀ ਉਹ ਸਮੇਟ ਦਿੱਤੀ। ਇਸ ਤਰੀਕੇ ਨਾਲ ਜਦੋਂ ਪੱਥਰ ਮਾਰਨ ਵਾਸਤੇ ਸਾਰਿਆਂ ਨੇ ਮਨ ਬਣਾਇਆ, ਬਾਹਾਂ ਤਾਂ ਨੂੰ ਕੀਤੀਆਂ ਗੁਰੂ ਖਾਲਸਾ ਜੀ ਮਾਰਨ ਵਾਸਤੇ, ਤੇ ਮਹਾਰਾਜ ਜੀ ਨੇ ਉਸੇ ਛਣ ਜਿਹੜਾ ਹੁੰਕਾਰਾ ਉਚਾਰਨਾ ਕੀਤਾ ਏ। ਠਾਂਡੀ ਰਹੀ ਉਚੇਰੀ ਬਾਹੈ, ਠਾਡੀ ਤੋਂ ਭਾਵ ਖੜੀ। ਉਹਨਾਂ ਦੀਆਂ ਜਿੱਥੇ ਬਾਹਾਂ ਸੀ ਨਾ, ਕੋਈ ਇੱਥੋਂ ਮਾਰ ਰਿਹਾ ਸੀ, ਕੋਈ ਇੱਥੇ, ਕੋਈ ਇੱਥੇ, ਕੋਈ ਚੁੱਕ ਰਿਹਾ ਸੀ। ਜਿੱਦਾਂ ਜਿੱਦਾਂ ਫਿਰ ਗੁਰੂ ਖਾਲਸਾ ਜੀ ਉਹਨਾਂ ਦੀਆਂ ਬਾਹਾਂ ਸੀ, ਜਿੱਥੇ ਰਹਿ ਗਈਆਂ ਉਹ ਉੱਥੇ ਦੀਆਂ ਉੱਥੇ ਹੀ ਖੜੀਆਂ ਹਨ। ਉਤਰਹਿ ਤਰਨਾ ਉਤਾਰਿਓ ਚਾਹੈ, ਕਵੀ ਰਾਜ ਜੀ ਕਹਿੰਦੇ ਉਤਾਰਨੀਆਂ ਚਾਹੁੰਦੇ ਨੇ, ਜਦੋਂ ਬਾਹਰ ਰੁਕ ਗਈ ਮੂਰਛਤ ਹੋ ਗਏ, ਚਾਹੁੰਦੇ ਨੇ ਵੀ ਫੇਰ ਪਹਿਲੀ ਹਰਕਤ 'ਚ ਆ ਜੇ, ਪਰ ਕਹਿੰਦੇ ਉਤਾਰਿਓ ਚਾਹੈ, ਚਾਹੁੰਦੇ ਨੇ ਬਾਂਹ ਥਾਂ ਖਿੱਚ ਲਈਏ, ਪਰ ਉਤਰਹਿ ਨਾ, ਉਹ ਉਤਰਦੀ ਨਹੀਂ ਸੀ ਪਈ, ਭਾਵ ਫੇ ਜਾੜੀ ਹੋਏ ਹਨ। ਕਾਸ਼ਟ ਕੇ ਸਮਾਨ ਸੋ ਗਾਡੀ, ਉਸ ਵੇਲੇ ਕਹਿੰਦੇ ਜਿਵੇਂ ਲੱਕੜੀ ਦੇ ਮੁੱਢ ਹੁੰਦੇ ਨੇ ਨਾ, ਲੱਕੜ ਦੇ ਵੱਡੇ ਟਾਹਣ ਹੁੰਦੇ ਨੇ, ਉਹ ਹਿਲਦੇ ਨਹੀਂ ਜਿੱਥੇ ਪੈ ਜਾਣ। ਇਹਦਾ ਕਹਿੰਦੇ ਫਿਰ ਸਰੀਰ ਜਿਹੜੇ ਸੀ ਲੱਕੜ ਦੀ ਤਰ੍ਹਾਂ, ਬਾਹਾਂ ਜਿਹੜੀਆਂ ਸੀ ਟਾਹਣੀਆਂ ਦੀ ਤਰ੍ਹਾਂ, ਜਿੱਥੇ ਦੀਆਂ ਸੀ ਜਿਵੇਂ ਦੀਆਂ ਤਿਵੇਂ ਗਾਡੀ, ਉੱਥੇ ਦੀਆਂ ਉੱਥੇ ਗੁਰੂ ਖਾਲਸਾ ਜੀ ਗਾਡੀ ਭਾਵ ਗੱਡੀਆਂ ਰਹਿ ਗਈਆਂ, ਉੱਥੇ ਮੂਰਛਤ ਹੋਈਆਂ ਹਨ। ਬਿਸਮ ਰਹੇ ਸਭ ਪੀਰਾ ਬਾਡੀ, ਕਵੀ ਰਾਜ ਜੀ ਕਹਿੰਦੇ ਸਾਰੇ ਹੀ ਬੜੇ ਹੈਰਾਨ ਹੋ ਰਹੇ ਸੀ। ਪੀਰਾ ਬਾਡੀ, ਪੀੜ ਜਿਹੜੀ ਸੀ ਉਹ ਵੱਧਦੀ ਗਈ, ਦਰਦ ਹੋਇਆ ਉਹਨਾਂ ਨੂੰ, ਸੂਲ ਉੱਠੀ ਅੰਦਰ, ਪੀੜ ਵੱਧਦੀ ਗਈ, ਤੇ ਸਾਰੇ ਹੀ ਬੜੇ ਹੈਰਾਨ ਹੋਏ ਹਨ। ਦਸਤਗੀਰ ਆਪਣੀ ਤਹਿ ਕਾਲਾ, ਭਾਈ ਸਾਹਿਬ ਜੀ ਜ਼ਿਕਰ ਕਰਦੇ ਆ, ਕਹਿੰਦੇ ਉਸ ਵੇਲੇ ਫਿਰ ਜਿਹੜਾ ਪੀਰ ਦਸਤਗੀਰ ਹੈ ਨਾ ਬਗਦਾਦ ਦਾ, ਉਹਨੇ ਉਸ ਵੇਲੇ ਫਿਰ ਆਪਣਾ ਉਜਲਾਵਣਾ ਕੀਤਾ ਏ। ਕਰਾਮਾਤ ਕਰ ਰਹਿਓ ਵਿਸਾਲਾ, ਬੜੀ ਕਰਾਮਾਤ ਉਹਨੇ ਫਿਰ ਆਪਣੇ ਬੜੇ ਬਲ ਦੇ ਸਹਿਤ ਦੁਬਾਰਾ, ਇੱਕ ਵਾਰ ਤੇ ਉਹਨੇ ਆਉਂਦਿਆਂ ਲੋਕ ਮੂਰਛਤ ਤੋਂ ਹਟਾ ਦਿੱਤੇ ਸੀ, ਪਰ ਜਦੋਂ ਦੂਜੀ ਵਾਰ ਮਹਾਰਾਜ ਨੇ ਹੁੰਕਾਰਾ ਕੀਤਾ ਨਾ, ਉਦੋਂ ਗੁਰੂ ਖਾਲਸਾ ਜੀ ਸਾਰੇ ਫਿਰ ਜਾੜ ਹੋ ਗਏ, ਤੇ ਪੀਰ ਦਸਤਗੀਰ ਨੇ ਕਹਿੰਦੇ ਬੜਾ ਕਰਾਮਾਤ ਨਾਲ ਭਾਰੀ ਬਲ ਲਾਵਣਾ ਕੀਤਾ ਏ। ਕਛੂ ਨਾ ਲਗੀ ਰਹਿਓ ਪਚਹਾਰੀ, ਪਰ ਕਹਿੰਦੇ ਅਖੀਰ ਹਾਰ ਗਿਆ, ਪੀੜ ਵੱਧਦੀ ਗਈ, ਪਰ ਗੁਰੂ ਖਾਲਸਾ ਜੀ ਉਹਦਾ ਬਲ, ਉਹਦੀ ਕਰਾਮਾਤ ਦੁਬਾਰਾ ਮੂਰਛਤਾ ਨੂੰ ਹਟਾ ਨਹੀਂ ਸਕੀ। ਆਪਣਾ ਬਲ ਆਪਣੀ ਕਰਾਮਾਤ ਕਰਕੇ ਹਾਰ ਗਿਆ ਹੈ ਜੀ। ਮਨ ਜਾਣੇ ਆਪਣੇ ਤੇ ਭਾਰੀ, ਔਰ ਫਿਰ ਉਸ ਵੇਲੇ ਜਦੋਂ ਨਾ ਚੱਲੀ ਕੋਈ ਵਾਹ, ਉਸ ਵੇਲੇ ਕਹਿੰਦੇ ਫਿਰ ਮਨ ਵਿੱਚ ਇਹ ਜਾਣਿਆ ਵੀ ਇਹ ਮੇਰੇ ਤੋਂ ਭਾਰੀ ਪੁਰਖ ਹੈ, ਇਹ ਮੇਰੇ ਤੋਂ ਭਾਰੀ ਆ, ਮੇਰੇ ਤੋਂ ਹੋਰ ਜਿਹੜਾ ਏ ਵੱਡੀ ਕਰਾਮਾਤ ਦਾ ਧਨੀ ਆ, ਵੱਡੀ ਬਖਸ਼ਿਸ਼ ਦਾ, ਵੱਡੀ ਸ਼ਕਤੀ ਦਾ ਮਾਲਕ ਹੈ ਜੀ। ਜਿਉ ਉਡ ਅਲਪ ਸੋ ਕਰੈ ਮਜੇਜਾ, ਭਾਈ ਸਾਹਿਬ ਜੀ ਜ਼ਿਕਰ ਕਰਦੇ ਆ ਕਿ ਜਿਸ ਤਰੀਕੇ ਦੇ ਨਾਲ ਗੁਰੂ ਖਾਲਸਾ ਜੀ ਜਿਹੜੇ ਤਾਰੇ ਨੇ ਨਾ, ਉਹ ਤੁਛ ਮਾਤਰ ਜਿਹੜਾ ਸੂਰਜ ਨੂੰ ਮਾਤ ਪਾਉਣ ਵਾਸਤੇ ਹੰਕਾਰ ਕਰਦੇ ਹਨ। ਸਵਤਾ ਕੋ ਦਬਾਏ ਦਿਉ ਤੇਜਾ, ਜਿਵੇਂ ਚਾਹੁੰਦੇ ਨੇ ਵੀ ਅਸੀਂ ਸੂਰਜ ਦਾ ਜਿਹੜਾ ਪ੍ਰਤਾਪ ਆ, ਸੂਰਜ ਦਾ ਜਿਹੜਾ ਬਲ ਆ, ਸੂਰਜ ਦੀ ਜੋ ਰੋਸ਼ਨੀ ਆ, ਕਿ ਅਸਮਾਨ ਦੇ ਵਿੱਚ ਇੱਕ ਤਾਰਾ ਸੂਰਜ ਨੂੰ ਮਾਤ ਪਾ ਸਕਦਾ ਹੈ? ਕਦੀ ਵੀ ਨਹੀਂ। ਇੱਦਾਂ ਹੀ ਕਹਿੰਦੇ ਪੀਰ ਦਸਤਗੀਰ ਜਿਹੜਾ ਸੀ, ਤਾਰੇ ਦੀ ਨਿਆਈ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਚੜ੍ਹਦੇ ਸੂਰਜ, ਮਗਦੇ ਸੂਰਜ ਨੂੰ ਮਾਤ ਪਾਉਣ ਵਾਸਤੇ ਅੱਗੇ ਚੜ੍ਹਿਆ, ਵੀ ਦਬਾਏ, ਵੀ ਮੈਂ ਦਬਾ ਲਵਾਂ। ਭਾਵ ਪਾਵਰ ਦੇ ਨਾਲ ਤੇ ਨਹੀਂ, ਹੁਣ ਹੋਰ ਤਰੀਕੇ ਨਾਲ ਦਬਾਉਣ ਵਾਸਤੇ ਅੱਗੇ ਵਾਧਾ ਹੈ ਜੀ। ਤਨਕ ਬਗੂਰਾ ਉਰ ਗਰਬਾਇਓ, ਔਰ ਅੱਗੇ ਫੇਰ ਜ਼ਿਕਰ ਕਰਦੇ ਨੇ, ਕਹਿੰਦੇ ਜਿਵੇਂ ਛੋਟਾ ਜਿਹਾ ਵਾਬ ਰੋਲਾ ਹੁੰਦਾ ਹੈ ਨਾ,
ਉਹ ਵੀ ਬੜਾ ਹੰਕਾਰੀ ਹੁੰਦਾ ਹੈ ਜੀ। ਸਬਲ ਅੰਧੇਰੀ ਸਨਮੁਖ ਜਾਇਓ। ਸਬਲ ਤੋਂ ਭਾਵ ਹੈ ਬਲ ਦੇ ਸਹਿਤ। ਭਾਵੇਂ ਕਿੰਨਾ ਵੀ ਵਾਵਰੋਲਾ ਗੁਰੂ ਖਾਲਸਾ ਜੀ ਵੱਡਾ ਹੋਵੇ, ਜਦੋਂ ਹਨੇਰੀ ਆਉਂਦੀ ਆ ਤੇ ਹਨੇਰੀ ਦੇ ਅੱਗੇ ਲੱਗ ਤੁਰਦਾ ਹੈ, ਹਨੇਰੀ ਦੇ ਵਿੱਚ ਨਹੀਂ ਰਚਦਾ। ਕਿੰਨਾ ਵੀ ਵਾਵਰੋਲਾ ਵੱਡਾ ਹੋਵੇ, ਹਨੇਰੀ ਆਪਣੇ ਅੱਗੇ ਲਾ ਤੋਰਦੀ ਆ। ਕਹਿੰਦੇ ਇਹ ਦਸਤਗੀਰ ਜਿਹੜਾ ਸੀ, ਇਹ ਵਾਵਰੋਲੇ ਦੀ ਨਿਆਈ ਬਣਿਆ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹਦੀ ਕਰਾਮਾਤ ਹਰ ਕੇ ਇਹਨੂੰ ਵੀ ਆਪੇ ਆਪਣੇ ਅੱਗੇ ਲਾਵਣਾ ਕੀਤਾ ਏ। ਤਿਉ ਕਰ ਗੁਣ ਹੈ ਨ ਜੀਤਿਓ ਜਾਈ। ਇਸ ਤਰੀਕੇ ਦੇ ਨਾਲ ਦਸਤਗੀਰ ਨੇ ਜਾਣਿਆ ਵੀ ਜਿਵੇਂ ਵਾਵਰੋਲਾ ਬੜਾ ਪਾਵਰ ਵਾਲਾ, ਪਰ ਹਨੇਰੀ ਅੱਗੇ ਉਹਦਾ ਕੋਈ ਜ਼ੋਰ ਨਹੀਂ, ਅੱਗੇ ਲੱਗ ਤੁਰਦਾ ਏ। ਇਹਦਾ ਮਨ ਹੀ ਮਨ ਜਾਣਿਆ ਵੀ ਮੈਂ ਆਪਣੇ ਗੁਣਾ ਕਰਕੇ, ਆਪਣੇ ਬਲ ਕਰਕੇ, ਆਪਣੀ ਜਿਹੜੀ ਆ ਸੋਚ ਵਿਚਾਰ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਨਹੀਂ ਜਿੱਤ ਸਕਦਾ ਜੀ। ਆਪ ਬੋਲਨ ਮੈਂ ਦਿਓ ਹਰਾਈ। ਔਰ ਮਨ ਵਿੱਚ ਦੂਜਾ ਫੁਰਨਾ ਤਿਆਰ ਕੀਤਾ ਵੀ ਮਹਾਰਾਜ ਜੀ ਨੂੰ ਕਰਾਮਾਤ ਦੇ ਨਾਲ ਤੇ ਨਹੀਂ, ਪਰ ਹੁਣ ਮੈਂ ਵਿਚਾਰ ਦੇ ਵਿੱਚ, ਬੋਲ ਬਾਲ ਦੇ ਵਿੱਚ, ਬੋਲ ਬਾਣੀ ਦੇ ਵਿੱਚ ਜਿਹੜਾ ਹਰਾਵਣਾ ਕਰਾਂਗਾ। ਅਸ ਵਿਚਾਰ ਕਹਿ ਗਇਓ ਸਮੀਪਾ। ਇਹੋ ਜੀ ਵਿਚਾਰ ਲੈ ਕੇ ਪੀਰ ਦਸਤਗੀਰ ਜਿਹੜਾ ਇਹਨਾਂ ਗੁਰੂ ਖਾਲਸਾ ਜੀ ਉਸ ਵੇਲੇ ਸਤਿਗੁਰੂ ਸਾਹਿਬ ਜੀ ਦੇ ਸਮੀਪਾ ਕੋਲ ਨੇੜੇ ਗਿਆ ਹੈ ਜੀ। ਬੈਠਿਓ ਜਹ ਬੇਦੀ ਕੁਲ ਦੀਪਾ। ਜਿੱਥੇ ਬੇਦੀ ਕੁਲ ਦੇ ਦੀਪਾ, ਦੀਪ ਦੀ ਨਿਆਈ ਪ੍ਰਕਾਸ਼ਮਾਨ ਸਤਿਗੁਰੂ ਜੀ ਸ਼ੁਭਾਏਮਾਨ ਸਨ। ਕਹਿਤ ਭਇਓ ਤੂੰ ਕੁਫਰ ਅਲਾਵਾ। ਪਹਿਲਾਂ ਤੇ ਗੁਰੂ ਖਾਲਸਾ ਜੀ ਗਿਆ, ਬੜਾ ਮਾਣ ਬੜਾ ਹੰਕਾਰ ਸੀ ਆਪਣੇ ਉੱਤੇ, ਔਰ ਆਪਣੇ ਮਾਣ ਵਿੱਚ ਜਾ ਕੇ ਕਹਿਣਾ ਕੀਤਾ ਇਹ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਤੁਸੀਂ ਬੜਾ, ਵਾਹਿਗੁਰੂ ਤੂੰ ਸ਼ਬਦ ਵਰਤਿਆ ਕਿ ਤੂੰ ਬੜਾ ਕੁਫਰ ਅਲਾਵਣਾ ਕੀਤਾ। ਆਪਾਂ ਸਤਿਕਾਰ ਵਜੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਮਹਾਰਾਜ ਤੁਸੀਂ ਬਹੁਤ ਝੂਠ ਜਿਹੜਾ ਹੈ ਉਚਾਰਨਾ ਕੀਤਾ ਏ। ਉਹ ਹੈ ਤੂੰ ਕਹਤੇ ਚੱਲ ਆਵਾ। ਆਪਣੇ ਮਾਨ ਵਿੱਚ ਆ ਕੇ ਕਹਿੰਦਾ ਵੀ ਤੂੰ ਕੌਣ ਹੈ ਔਰ ਕਿੱਥੋਂ ਚੱਲ ਕੇ ਆਵਣਾ ਕੀਤਾ ਏ। ਕਰਾਮਾਤ ਕਰ ਬੜੀ ਦਿਖਾਈ। ਬਹੁਤ ਵੱਡੀ ਕਰਾਮਾਤ ਜਿਹੜੀ ਹੈ ਤੂੰ ਸਾਡੇ ਤਾਈਂ ਕਰਕੇ ਦਿਖਾਵਣਾ ਕੀਤੀ ਹੈ। ਲੱਖ ਪਤਾਲ ਨਭ ਖਬਰ ਸੁਣਾਈ। ਸੁਣਿਆ ਇਹ ਕੰਨਾਂ ਦੇ ਨਾਲ ਕਿ ਤੂੰ ਜਿਹੜਾ ਇਹ ਲੱਖਾਂ ਪਤਾਲਾਂ ਆਕਾਸ਼ਾਂ ਦੀ ਖਬਰ ਜਿਹੜੀ ਸੁਣਾਵਣਾ ਕੀਤੀ ਹੈ। ਪੁਨ ਸਰੋਦ ਮਨ ਚੰਚਲ ਕਰਈ। ਔਰ ਫੇਰ ਜਿਹੜੀ ਸਰੋਦ, ਫਾਰਸੀ ਦੇ ਵਿੱਚ ਗੁਰੂ ਖਾਲਸਾ ਜੀ ਰਾਗ ਨੂੰ ਸਰੋਦ ਆਖਦੇ ਨੇ, ਇਸਲਾਮ ਦੇ ਵਿੱਚ ਰਾਗ ਦੀ ਮਨਾਹੀ ਸੀ। ਔਰ ਨਾਲ ਹੀ ਕਿਹਾ ਕਿ ਇੱਕ ਤੁਸਾਂ ਨੇ ਜਿਹੜਾ ਇਹ ਪਤਾਲਾਂ ਨੂੰ ਲੱਖਾਂ ਦੀ ਗਿਣਤੀ 'ਚ ਉਚਾਰਿਆ ਹੈ। ਦੂਜਾ ਫਿਰ ਕਹਿੰਦੇ ਜਿਹੜਾ ਸਰੋਦ ਰਾਗ ਉਚਾਰਿਆ ਜਿਹੜਾ ਮਨ ਨੂੰ ਚੰਚਲ ਕਰਦਾ ਹੈ ਜੀ। ਸੋ ਗਾਵਨ ਕੇ ਕਿਉ ਅਨੁਸਰਈ। ਉਹ ਗਾਉਣ ਦੇ ਕਿਵੇਂ ਅਨੁਸਾਰੀ ਹੈ, ਭਾਵ ਤੁਸੀਂ ਕਿਹਨੂੰ ਪੁੱਛ ਕੇ ਗਾਇਆ ਹੈ, ਉਹ ਗਾਉਣ ਦੀ ਆਗਿਆ ਵਿੱਚ ਨਹੀਂ ਹੈ ਜੀ। ਬੇਮਿਰਜਾਦ ਦੋ ਤੈ ਕੀਨਾ। ਤੁਸੀਂ ਦੋਵੇਂ ਜਿਹੜੇ ਨੇ ਬੇਮਰਜ਼ਾਦ ਕੀਤੇ ਹੋਏ ਨੇ, ਭਾਵ ਨਾ ਤੁਹਾਨੂੰ ਰਾਗ ਲਾਪਣਾ ਚਾਹੀਦਾ ਸੀ ਤੇ ਨਾ ਇਹ ਲੱਖਾਂ ਵਾਲਾ ਰੌਲਾ ਪਾਵਣਾ ਚਾਹੀਦਾ ਸੀ। ਇਹ ਤੁਸੀਂ ਦੋਨੋਂ ਹੀ ਮਰਜ਼ਾਦਾ ਤੋਂ ਬਾਹਰੀ ਹੋ ਕੇ ਉਚਾਰੇ ਹਨ। ਜਾਂ ਤੇ ਹਮ ਦਰਵੇਸ਼ ਨ ਚੀਨਾ। ਇਸ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਪੀਰ ਦਸਤਗੀਰ ਨੇ ਕਹਿਣਾ ਸ਼ੁਰੂ ਕੀਤਾ ਵੀ ਅਸੀਂ ਤੁਹਾਨੂੰ ਜਿਹੜਾ ਇਹ ਦਰਵੇਸ਼ ਨਹੀਂ ਜਾਣਿਆ, ਅਸੀਂ ਤੁਹਾਨੂੰ ਜਿਹੜਾ ਹੈ ਫਿਰ ਸਤਿਕਾਰ ਇਸੇ ਵਾਸਤੇ ਨਹੀਂ ਦੇਣਾ ਕੀਤਾ ਜੀ। ਇਨਕੇ ਉੱਤਰ ਆਪ ਉਚਾਰੋ। ਇਸ ਵਾਸਤੇ ਆਪ ਜੀ ਨੇ ਜੋ ਇਹ ਦੋ ਬਚਨ ਸਾਡੀ ਮਰਜ਼ਾਦਾ ਤੋਂ ਆਗਿਆ ਤੋਂ ਬਾਹਰੀ ਹੋ ਕੇ ਕੀਤੇ ਨੇ, ਆਪ ਜੀ ਹੁਣ ਇਹਨਾਂ ਦੇ ਸਾਨੂੰ ਉੱਤਰ ਜਿਹੜੇ ਨੇ ਉਚਾਰ ਕੇ ਦੱਸਣਾ ਕਰੋ। ਨਤੁਰ ਦੇਸ਼ ਤੇ ਵਹਿਰ ਸਿਧਾਰੋ। ਔਰ ਨਹੀਂ ਤਾਂ ਤੁਹਾਨੂੰ ਫਿਰ ਦੇਸ਼ ਤੋਂ ਬਾਹਰ ਕੱਢਿਆ ਜਾਏਗਾ, ਭਾਵ ਨਹੀਂ ਤੇ ਤੁਸੀਂ ਦੇਸ਼ ਤੋਂ ਬਾਹਰ ਜਾਣਾ ਕਰੋ ਜੀ। ਗੰਜਨ ਗਰਭ ਗੁਰੂ ਗੁਣ ਖਾਨੀ। ਗੁਣਾਂ ਦੀ ਖਾਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਗਰਭ ਦਾ ਗੰਜਨ ਨਾਸ਼ ਕਰਨ ਵਾਲੇ ਹਨ। ਦਸਤਗੀਰ ਸੰਗ ਭਾਖੀ ਬਾਨੀ। ਜਿਸ ਵੇਲੇ ਦਸਤਗੀਰ ਨੇ ਸਵਾਲ ਕੀਤਾ ਨਾ, ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰੂ ਖਾਲਸਾ ਜੀ ਆਪਣੇ ਮੁਖ ਤੋਂ ਉਹਦੇ ਸ਼ੰਕੇ ਨੂੰ ਨਿਵਰਤ ਕਰਨ ਵਾਸਤੇ, ਉਹਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਬਚਨ ਉਚਾਰੇ ਹਨ। ਜਿਹ ਸਰੋਦ ਕੀ ਨਿੰਦ ਉਚਾਰੀ। ਕਹਿ ਲੱਗੇ ਹੈ ਪੀਰ, ਜਿਹੜੀ ਸਰੋਦ ਦੀ ਤੂੰ ਨਿੰਦਿਆ ਕਰਦਾ ਹੈ,
ਜਿਸ ਰਾਗ ਦੇ ਪਰਥਾਏ ਤੂੰ ਅਵਾ ਤਵਾ ਜਾਂ ਮਨ ਚੰਚਲ ਇਤਿਆਦਿਕ ਜਿਹੜੀ ਨਿੰਦਾ ਉਚਾਰਦਾ ਹੈ, ਤਿਹ ਕੀ ਰੀਤ ਸੁਨੋ ਸੁਖਕਾਰੀ। ਉਸ ਸਰੋਦ ਦੀ, ਉਸ ਰਾਗ ਦੀ ਜੋ ਰੀਤ ਹੈ, ਜੋ ਸੁਖਕਾਰੀ ਸੁਖ ਦੇਣ ਵਾਲੀ ਹੈ, ਉਹਨੂੰ ਸੁਣਨਾ ਕਰ। ਸ਼੍ਰੀ ਕਰਤਾਰ ਸਿਫਤ ਮਹਿ ਗਾਵੈ। ਕਹਿੰਦੇ ਇਹ ਜਿਹੜਾ ਸਰੋਦ ਹੈ ਨਾ, ਇਹ ਜਿਹੜਾ ਰਾਗ ਹੈ, ਇਹ ਕਰਤਾਰ ਦੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਵਿੱਚ ਗਾਇਆ ਜਾਂਦਾ ਹੈ ਜੀ। ਬਸ ਜੈ ਹੈ ਮਨ ਬੋਹਰ ਕਮਾਵੈ। ਹਾਂ, ਜੇ ਕਿਤੇ ਇਹ ਰਾਗ ਕਰਤਾਰ ਦੀ ਸਿਫਤ ਵਿੱਚ ਗਾਇਆ ਜਾਏ ਔਰ ਮਨ ਵਿੱਚ ਵਸ ਜਾਏ ਤੇ ਫੇਰ ਇਹਦੀ ਕਮਾਈ ਕੀਤੀ ਜਾਂਦੀ ਆ, ਮੋੜ ਮੋੜ ਕੇ ਇਹਨੂੰ ਫੇਰ ਗਾਇਆ ਜਾਂਦਾ ਹੈ। ਕਿਉਂਕਿ ਗੁਰੂ ਖਾਲਸਾ ਜੀ ਰਾਗ ਤੇ ਰਾਗ ਹੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਭਾਈ ਮਰਦਾਨਾ ਸਾਹਿਬ ਜੀ ਦੇ ਨਾਲ ਰਬਾਬ ਦੀ ਆਰੰਭਤਾ ਕਰਦੇ ਨੇ, ਉਦੋਂ ਹਜ਼ੂਰ ਨੇ ਕਿਹਾ ਸੀ ਭਾਈ ਮਰਦਾਨਾ ਜੀ ਦੇ ਤਾਈ ਕੇ ਮਰਦਾਨਿਆ, ਤੇਰੇ ਕੋਲ ਰਬਾਬ ਹੈ, ਅਸਾਂ ਦੇ ਕੋਲ ਸ਼ਬਦ ਹੈ, ਚੱਲ ਰਬਾਬ ਦੇ ਨਾਲ ਸ਼ਬਦ ਦੋਨਾਂ ਦਾ ਜੋੜ ਕਰਕੇ ਗਾਈਏ, ਰਹਿੰਦੀ ਦੁਨੀਆ ਤੱਕ ਇਹ ਵੱਜੇਗੀ ਤੇ ਗਾਇਆ ਜਾਏਗਾ। ਗੁਰੂ ਖਾਲਸਾ ਜੀ ਉਹ ਰਬਾਬ ਭਾਈ ਮਰਦਾਨਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕਹਿਣ ਤੇ ਸ਼ਬਦ ਦੇ ਨਾਲ ਗਾਈ, ਅੱਜ ਵੀ ਵੱਜਦੀ ਹੈ ਤੇ ਅਗਾਂਹ ਵੀ ਵੱਜਦੀ ਰਹੇਗੀ। ਤੇ ਜਿਨ੍ਹਾਂ ਕੱਲਿਆਂ ਗਾਈ, ਜਿਨ੍ਹਾਂ ਗੁਰੂ ਖਾਲਸਾ ਜੀ ਮਨ ਆਈਆਂ ਗਾਈ, ਉਹਨੂੰ ਕੌਣ ਜਾਣਦਾ ਹੈ। ਉਹ ਜ਼ਿਕਰ ਹਜ਼ੂਰ ਕਰਦੇ ਆ ਤੇ ਗਰੀਬ ਨਵਾਜ਼ ਜੀ ਉਚਾਰਦੇ ਨੇ ਵੀ ਸ਼੍ਰੀ ਕਰਤਾਰ ਸਿਫਤ ਮੈਂ ਗਾਵੈ, ਵੀ ਜੇ ਸਰੋਦ ਰਾਗ ਅਕਾਲ ਪੁਰਖ ਦੀ ਸਿਫਤ ਵਿੱਚ ਗਾਇਆ ਜਾਏ ਔਰ ਗੁਰੂ ਖਾਲਸਾ ਜੀ ਬਸ ਜੈ ਹੈ ਮਨ ਵਿੱਚ ਠਹਿਰ ਜਾਏ, ਟਿਕ ਜਾਏ, ਉਹ ਗਾਇਆ ਸਿਫਤ ਸਲਾਹ ਮਨ ਵਿੱਚ ਟਿਕ ਜਾਏ, ਬਾਹੁਰ ਕਮਾਵੈ। ਸਿੱਖ ਸੇਵਕ ਜਿਹੜੇ ਫੇ ਉਹਦੀ ਕਮਾਈ ਕਰਦੇ ਹਨ। ਸੁਨਹਿ ਰਾਗ ਰਸ ਲੇਵਨ ਕਾਰਨ। ਔਰ ਗੁਰੂ ਕਾ ਰਾਗ ਜਿਹੜਾ ਗੁਰੂ ਕੇ ਸਿੱਖ ਨੇ ਉਹ ਰਸ ਲੈਣ ਵਾਸਤੇ, ਅੰਮ੍ਰਿਤ ਰਸ ਲੈਣ ਵਾਸਤੇ ਜਿਹੜਾ ਇਹ ਸੁਣਹਿ ਸੁਣਨਾ ਕਰਦੇ ਹਨ। ਹੋਵੈ ਤਿਸ ਮੈਂ ਹਰ ਨਾਮ ਉਚਾਰਨ। ਔਰ ਇਸ ਰਾਗ ਦੇ ਵਿੱਚ ਕਿਸੇ ਮਨੁੱਖ ਦੀ ਖੁਸ਼ਾਮਦ ਨਹੀਂ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਉਚਾਰੀਦਾ ਹੈ ਜੀ। ਹਿਰਦੇ ਹੁਲਸਾਵਹਿ ਜਗਿਆਸੀ। ਜਿਹੜੇ ਜਗਿਆਸੂ ਜਨ ਹੁੰਦੇ ਨੇ ਨਾ, ਉਹ ਰਾਗ ਦੇ ਵਿੱਚ ਜਦੋਂ ਪਰਮੇਸ਼ਰ ਦਾ ਨਾਮ ਸੁਣਦੇ ਨੇ ਤੇ ਉਹਨਾਂ ਦੇ ਹਿਰਦੇ ਪ੍ਰਸੰਨ ਹੋਵਦੇ ਹਨ। ਰਚਹਿ ਸੰਗ ਸ਼੍ਰੀ ਪ੍ਰਭ ਅਬਿਨਾਸ਼ੀ। ਔਰ ਇਹ ਜਿਹੜਾ ਰਾਗ ਆ, ਅਸੀਂ ਅਬਿਨਾਸੀ ਨਾਸ਼ ਤੋਂ ਰਹਿਤ ਪਰਮੇਸ਼ਰ ਦੇ ਨਾਲ ਜਿਹੜਾ ਰਚੀ ਉਚਾਰਨਾ ਕੀਤਾ ਏ। ਕਲ ਮੈਂ ਹੋਤ ਉਪਾਏ ਨ ਓਰੇ। ਇਸ ਕਲੂ ਕਾਲ ਦੇ ਵਿੱਚ, ਇਸ ਕਲਯੁਗ ਦੇ ਵਿੱਚ, ਇਸ ਕਲ ਸਰੀਰ ਦੇ ਵਿੱਚ ਜਿਹੜਾ ਹੈ ਕੋਈ ਹੋਰ ਉਪਾਏ ਨਹੀਂ ਹੋਵੰਦਾ ਜੀ। ਕੀਰਤ ਕਰਿਉ ਤਰਹਿ ਕਰੋਰੇ। ਔਰ ਇਸ ਤਰੀਕੇ ਦੇ ਨਾਲ ਰਾਗ ਦੇ ਸਦਕਾ ਰਾਗ ਕਰ ਕਰਕੇ ਸ਼ਬਦ ਉਚਾਰ ਕੇ ਕਰੋੜਾਂ ਹੀ ਜਿਹੜੇ ਸਿੱਖ ਨੇ ਉਹ ਤਰ ਗਏ ਨੇ, ਆਪ ਵੀ ਤਰੇ ਨੇ ਔਰ ਹੋਰਨਾਂ ਨੂੰ ਵੀ ਤਾਰਨਾ ਕੀਤਾ ਏ। ਜਾਂ ਤੇ ਰਾਗ ਰੀਤ ਹਮ ਕੀਨੀ। ਇਸ ਵਾਸਤੇ ਆ ਪੀਰ ਦਸਤਗੀਰ, ਇਹ ਜੋ ਰਾਗ ਦੀ ਰੀਤ ਆ, ਇਹ ਜੋ ਰਾਗ ਦੀ ਮਰਜ਼ਾਦਾ ਏ, ਇਸ ਭਾਵਨਾ ਦੇ ਨਾਲ ਅਸਾਂ ਨੇ ਗਾਵਣਾ ਕੀਤੀ ਹੈ। ਰਸ ਹਿਤ ਸਿਫਤ ਜਾਏ ਮਤ ਭੀਨੀ। ਇਹ ਤੇ ਰਸ ਲੈਣ ਵਾਸਤੇ ਕੀਤੀ ਹੈ। ਅਸੀਂ ਨਹੀਂ ਜਾਣਿਆ ਵੀ ਤੇਰੀ ਆਗਿਆ ਦੀ ਉਲੰਘਣਾ ਹੋ ਰਹੀ ਹੈ, ਅਸੀਂ ਨਹੀਂ ਜਾਣਿਆ ਵੀ ਇਹਨੂੰ ਕੋਈ ਸੁਣਦਾ ਜਾਂ ਨਹੀਂ, ਅਸੀਂ ਤੇ ਰਸ ਲੈਣ ਵਾਸਤੇ ਜਿਹੜਾ ਕੀਤੀ ਆ। ਸਿਫਤ ਜਾਏ ਮਤ ਭੀਨੀ, ਔਰ ਰਸ ਲਈ ਜਿਹੜਾ ਹੈ ਪਰਮੇਸ਼ਰ ਦੀ ਸਿਫਤ ਵਿੱਚ ਜਿਹੜਾ ਮਤ ਹੈ, ਜਿਹੜੀ ਸਾਡੀ ਬੁੱਧ ਹੈ, ਉਹ ਭਿੱਜ ਜਾਏ, ਇਸੇ ਵਾਸਤੇ ਉਚਾਰਿਆ ਹੈ ਜੀ। ਕਹਿਓ ਜੋ ਤੁਮ ਚੰਚਲ ਮਤ ਕਰਹੀ। ਔਰ ਜੋ ਤੁਸੀਂ ਇਸ ਗੱਲ ਨੂੰ ਉਚਾਰਦੇ ਹੋ ਵੀ ਇਹ ਰਾਗ ਜਿਹੜਾ ਇਹ ਚੰਚਲ ਕਰਦਾ ਹੈ, ਇਸਲਾਮ ਵਿੱਚ ਇਸ ਵਾਸਤੇ ਮਨਾਹੀ ਸੀ ਕਿਉਂਕਿ ਮਨ ਨੂੰ ਚੰਚਲਤਾ ਵੱਲ ਵਧਾਉਂਦਾ ਜਾਣਦੇ ਸੀ। ਇਹ ਤੇ ਆਪੋ ਆਪਣਾ ਮਨ ਹੈ ਨਾ ਵੀ ਕੋਈ ਕਿਸ ਤਰੀਕੇ ਦੇ ਨਾਲ ਵਰਤਦਾ, ਮਾਇਆ ਹੀ ਹੈ ਗੁਰੂ ਖਾਲਸਾ ਜੀ। ਕੋਈ ਪਰਉਪਕਾਰ ਲਈ ਵਰਤਦਾ, ਕੋਈ ਪੁੰਨ ਦਾਨ ਲਈ ਵਰਤਦਾ, ਕੋਈ ਗੁਰੂ ਖਾਲਸਾ ਜੀ ਲੰਗਰੇ ਪਾ ਦਿੰਦਾ, ਕੋਈ ਮਾਇਆ ਦੀ ਦੁਰਵਰਤੋਂ ਕਰਦਾ, ਕੋਈ ਜੂਆ ਖੇਡਦਾ, ਕੋਈ ਮਾੜੇ ਕਰਮ ਕਰੀ ਜਾਂਦਾ। ਮਾਇਆ ਦਾ ਕੀ ਦੋਸ਼ ਹੈ? ਰਾਜ ਸਾਜ ਉਹੋ ਹੀ ਹੁੰਦਾ ਹੈ। ਇੱਕ ਸ਼ਬਦ ਵਰਤਦੇ ਹਾਂ, ਹਥਿਆਰ, ਸ਼ਸਤਰ, ਤਲਵਾਰ, ਦਾਤਰ, ਇਹ ਗੁਰੂ ਖਾਲਸਾ ਜੀ ਜੇ ਤੇ ਹੱਕ ਦੇ ਬੰਦੇ ਦੇ ਕੋਲ ਹੋਣ, ਹੁਣ ਪੁਲਿਸ ਵਾਲੇ ਦੇ ਕੋਲ ਰਾਈਫਲ ਹੋਵੇ ਤੇ ਦੌੜ ਕੇ ਕੋਲ ਜਾਈਦਾ ਵੀ ਬਚਾਅ ਵਾਸਤੇ ਆ, ਤੇ ਜੇ ਕਿਸੇ ਨੇ ਰਸਤੇ 'ਚ ਪਕੜੀ ਹੋਵੇ ਤੇ ਉਹਦੇ ਤੋਂ ਦੂਰ ਦੌੜੀਦਾ ਵੀ ਇਹਨੇ ਜਾਨ ਲੈ ਲੈਣੀ ਹੈ। ਇਸੇ ਤਰੀਕੇ ਦੇ ਨਾਲ ਰਾਗ ਜਿਹੜਾ ਗੁਰੂ ਖਾਲਸਾ ਜੀ ਇੱਕੋ ਹੀ ਹੈ, ਪਰ ਗਾਉਣ ਵਾਲੇ ਤੇ ਨਿਰਭਰ ਕਰਦਾ ਵੀ ਉਹ ਕਿਹਦੇ ਲਈ ਗਾ ਰਿਹਾ ਹੈ।
ਮਹਾਰਾਜ ਫਿਰ ਦੂਜਾ ਪੱਖ ਵੀ ਰੱਖਦੇ ਨੇ, ਕਹਿੰਦੇ ਜੋ ਤੁਸੀਂ ਕਹਿਣਾ ਕੀਤਾ ਪੀਰ ਜੀ ਕਿ ਇਹ ਰਾਗ ਮਨ ਨੂੰ ਚੰਚਲ ਕਰਦਾ ਹੈ ਜੀ। ਵਿਸ਼ੈ ਬਿਖੈ ਮਨ ਕੇ ਤੇ ਸੰਚਰਹੀ। ਜਿਹੜਾ ਇਹ ਰਾਗ ਮਨ ਦੀ ਚੰਚਲਤਾ ਕਾਦੇ ਵਾਸਤੇ ਆ ਕਿ ਤੁਸੀਂ ਆਪਣੇ ਮਨ ਨੂੰ ਜਿਹੜਾ ਵਿਸ਼ਿਆਂ ਵਿੱਚ ਲਾ ਲੈਂਦੇ ਹੋ ਔਰ ਮਨ ਦੇ ਵਿੱਚ ਵਿਸ਼ੇ ਵਿਕਾਰ ਜਿਹੜੇ ਨੇ ਇਹਨਾਂ ਨੂੰ ਇਕੱਠਿਆਂ ਕਰਦੇ ਹੋ। ਸੋ ਤੋ ਕਾਮ ਚੇਸ਼ਟਾ ਮਾਹੀ। ਔਰ ਇਹ ਰਾਗ ਦੇ ਨਾਲ ਜਦੋਂ ਮਨ ਵਿਸ਼ਿਆਂ ਵਿਕਾਰਾਂ ਵੱਲ ਚੱਲਦਾ ਏ, ਇਹ ਫਿਰ ਕਾਮ ਚੇਸ਼ਟਾ ਦੇ ਵਿੱਚ, ਇਹ ਕਾਮਨਾ ਦੇ ਵਿੱਚ, ਵਾਸ਼ਨਾ ਦੇ ਵਿੱਚ ਚਲਿਆ ਜਾਂਦਾ ਹੈ। ਕਰੇ ਸਰੋਧ ਸੇ ਨਰਕ ਸਿਧਾਹੀ। ਤੇ ਜਿਹੜਾ ਗੁਰੂ ਖਾਲਸਾ ਜੀ ਕਾਮਨਾ ਵਾਸਤੇ, ਕਾਮ ਚੇਸ਼ਟਾ ਵਾਸਤੇ, ਵਾਸ਼ਨਾ ਵਾਸਤੇ, ਵਿਸ਼ੇ ਵਿਕਾਰਾਂ ਵਾਸਤੇ ਇਹਨੂੰ ਰਾਗ ਨੂੰ ਉਚਾਰਦਾ ਅਲਾਪਦਾ ਏ, ਸੇ ਨਰਕ ਸਿਧਾਹੀ, ਉਹ ਫਿਰ ਗੁਰੂ ਖਾਲਸਾ ਜੀ ਨਰਕਾਂ ਨੂੰ ਚਲਿਆ ਜਾਂਦਾ ਏ। ਸਿਧਾਹੀ ਤੋਂ ਭਾਵ ਸਿੱਧਾ ਹੀ, ਉਹ ਸਿੱਧਾ ਨਰਕਾਂ ਨੂੰ ਜਾਂਦਾ, ਅਮੋੜ ਕੋਈ ਰਾਜ ਵੱਲ ਛਲ ਨਹੀਂ ਆਉਂਦਾ। ਸਿਧਾਹੀ ਭਾਵ ਚਲਿਆ ਜਾਂਦਾ। ਜਿਹੜਾ ਫਿਰ ਆਪਣੀ ਕਾਮਨਾ ਜਾਂ ਵਾਸ਼ਨਾ ਕਰਦਾ ਉਹ ਨਰਕਾਂ ਦਾ ਸੰਗੀ ਹੈ ਜੀ। ਅਬ ਦੂਸਰ ਉੱਤਰ ਸੁਨ ਕਾਨੇ। ਮਹਾਰਾਜ ਕਹਿੰਦੇ ਫਿਰ ਹੁਣ ਦੂਜਾ ਜਿਹੜਾ ਉੱਤਰ ਹੈ ਨਾ, ਇਹ ਵੀ ਆਪਣੇ ਕੰਨ ਲਾ ਕੇ ਸੁਣਨਾ ਕਰ। 14 ਤਬਕ ਕੁਰਾਨ ਬਖਾਨੇ। ਤੁਹਾਡੇ ਪਵਿੱਤਰ ਗ੍ਰੰਥ ਪਾ ਕੇ ਕੁਰਾਨ ਸ਼ਰੀਫ ਦੇ ਅੰਦਰ ਜਿਹੜਾ ਏ 14 ਲੋਕ, 14 ਤਹਾਂ, 14 ਜਿਹੜੀਆਂ ਪਰਤਾਂ ਨੇ ਇਹ ਕਹਿਣਾ ਕੀਤੀਆਂ ਭਾਵ ਦਸੀਆਂ ਹਨ। ਤਿਸ ਕੋ ਕਰਨਹਾਰ ਹੈ ਜੋ। ਪਰ ਕਹਿੰਦੇ ਜੋ ਪਾ ਕੇ ਕੁਰਾਨ ਦੇ ਕਰਨਹਾਰ ਨੇ ਭਾਵ ਹਜ਼ਰਤ ਮੁਹੰਮਦ ਸਾਹਿਬ ਹਨ। ਤਾਂ ਕੋ 14 ਕੀ ਸੁਧ ਹੋ। ਤੁਸੀਂ 14 ਮੰਨਦੇ ਹੋ, ਉਹਨਾਂ ਨੇ 14 ਉਚਾਰੀਆਂ ਨੇ, ਪਾ ਕੇ ਕੁਰਾਨ ਵਿੱਚ 14 ਲਿਖੀਆਂ ਨੇ। ਠੀਕ ਹੈ ਭਾਈ ਤੁਹਾਡੀ ਬਾਤ, ਪਰ ਜਿਨ੍ਹਾਂ ਨੇ 14 ਉਚਾਰੀਆਂ ਨੇ ਉਹਨਾਂ ਦੇ ਤਾਈਂ 14 ਦੀ ਸੁੱਧ ਹੋਵੇਗੀ, ਉਹਨਾਂ ਦੀ ਖਬਰ 14 ਤੱਕ ਹੋਵੇਗੀ ਪਹੁੰਚ ਸਾਰ। ਇਸ ਵਾਸਤੇ ਕਹਿੰਦੇ 14 ਤਬਕ ਕੁਰਾਨ ਬਖਾਨੇ, ਜਿਹੜੇ ਪਾ ਕੇ ਕੁਰਾਨ ਅੰਦਰ 14 ਪਤਾਲ ਆਕਾਸ਼ ਤਹਾਂ ਜਿਹੜਾ ਉਚਾਰੀਆਂ ਨੇ, ਵਿਖਿਆਨ ਕੀਤੀਆਂ ਨੇ, ਜੋ ਇਹਨਾਂ ਨੇ ਬਿਆਨ ਕੀਤਾ ਹੈ, ਜਿਨ੍ਹਾਂ ਨੇ ਇਹਨਾਂ ਨੂੰ ਉਚਾਰਿਆ ਉਹਨਾਂ ਨੂੰ 14 ਦੀ ਸੁੱਧ ਹੈ ਜੀ। ਲਾਖਨ ਕੀ ਸੁਧ ਜਿਨ ਕੋ ਹੋਈ। ਇਹ ਕਹਿੰਦੇ ਜਿਨ੍ਹਾਂ ਨੂੰ ਲੱਖਾਂ ਦੀ ਸੁੱਧ ਹੈ, ਜਿਹੜੇ 14 ਤੋਂ ਵੀ ਅਗਾਂਹ ਲੰਘ ਗਏ, ਜਿਨ੍ਹਾਂ ਲੱਖਾਂ ਦੀ ਅਣਗਿਣਤੀ ਜਿਹੜੀ ਸੁੱਧ ਸਾਰ ਲੈਣਾ ਕੀਤੀ ਹੈ। ਤੇਤੀ ਭਣੈ ਨਾ ਝੂਠ ਬਗੋਈ। ਉਹਨਾਂ ਨੇ ਫਿਰ ਗੁਰੂ ਖਾਲਸਾ ਜੀ ਓਨੀਆਂ ਹੀ ਬਿਆਨ ਕਰ ਦਿੱਤੇ ਨੇ, ਓਨੇ ਹੀ ਭਣਾ ਕਹੀਏ ਉਚਾਰ ਦਿੱਤੇ ਨੇ, ਨਾ ਝੂਠ। ਇਸ ਗੱਲ ਵਿੱਚ ਗੁਰੂ ਖਾਲਸਾ ਜੀ ਕੋਈ ਝੂਠ ਨਹੀਂ ਹੈ, ਭਾਵ ਉਹ ਝੂਠ ਨਹੀਂ ਕਹਿੰਦੇ। ਚੌਪਈ ਸਾਹਿਬ ਪੜ੍ਹੀਏ ਨਾ, ਉਹਦੇ ਵਿੱਚ ਗੁਰ ਕਲਗੀਧਰ ਸਾਹਿਬ ਨੇ ਉਚਾਰਿਆ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਜਿੰਨੀ ਕੁ ਕਿਸੇ ਦੀ ਮਤ ਬੁੱਧ ਹੈ ਉਹ ਉਹਨਾਂ ਕੀ ਗੁਰੂ ਖਾਲਸਾ ਜੀ ਵਿਖਿਆਨ ਕਰਦਾ ਹੈ। ਜਿਵੇਂ ਸਮੁੰਦਰ ਬੜਾ ਗਹਿਰਾ ਹੁੰਦਾ ਹੈ, ਪਰ ਤਾਰੂ ਜੇ 50 ਫੁੱਟ ਦੀ ਛਲਾਂਗ ਲਾਵੇ ਤੇ ਕਵੇ 50 ਫੁੱਟ ਆ, ਇਹ ਬਾਤ ਬਣ ਨਹੀਂ ਆਉਂਦੀ। ਇੰਨਾ ਕਹਿ ਸਕਦਾ ਵੀ ਮੇਰੀ ਜਿਹੜੀ ਸ਼ਮਤਾ ਹੈ ਉਹ 50 ਫੁੱਟ ਤੱਕ ਹੈ, ਅਗਾਂਹ ਹੈਗਾ ਪਰ ਮੇਰੇ ਕੋਲ ਨਹੀਂ ਜਾਇਆ ਗਿਆ। ਕੋਈ 10 ਫੁੱਟ ਤੋਂ ਮੁੜਦਾ, ਕੋਈ 100 ਫੁੱਟ ਤੋਂ ਮੁੜਦਾ, ਆਪੋ ਆਪਣੇ ਜੀਵਨ ਦਾ ਤਜਰਬਾ ਹੈ। ਮਹਾਰਾਜ ਜੀ ਕਹਿ ਲੱਗੇ ਤੁਹਾਡਾ ਜਿਹੜਾ ਜ਼ਿਕਰ ਹੈ ਇਹ 14 ਤੱਕ ਦਾ ਹੈ, ਤੇ ਜਿਹਦਾ ਅੱਗੇ ਲੱਖਾਂ ਤੱਕ ਚਲਾ ਗਿਆ, ਜਿਹਦੀ ਸਨਮੁਖ ਜਿਹੜਾ ਲੱਖਾਂ ਦੀ ਤਾਕੀਦ ਹੋਈ, ਉਸ ਨੇ ਲੱਖਾਂ ਹੀ ਉਚਾਰ ਦਿੱਤੇ ਨੇ। ਇਸ ਵਾਸਤੇ ਕਹਿੰਦੇ ਚ ਕੋਈ ਵੀ ਝੂਠ ਨਹੀਂ ਹੈ ਜੀ। ਲਾਖਨ ਪਰ ਨਾ ਔਰਕ ਕੋਈ। ਇਹ ਜ਼ਿਕਰ ਕਰਦੇ ਨੇ, ਕਹਿੰਦੇ ਲੱਖਾਂ ਤੋਂ ਵੀ ਪਰੇ ਆ, ਇਹਦੇ ਲੱਖਾਂ ਹੀ ਉਚਾਰੇ ਨੇ। ਲੱਖ ਵੀ ਕੋਈ ਇਹਦਾ ਅੰਕੜਾ ਨਹੀਂ ਵੀ ਲੱਖ ਤੇ ਸਮਾਪਤੀ ਹੈ, ਲੱਖਾਂ ਤੋਂ ਵੀ ਕਹਿੰਦੇ ਹੋਰ ਪਰੇ ਆਗੇ ਕੋਈ ਅੰਤ ਨਹੀਂ ਹੈ ਜੀ। ਬੇਸ਼ੁਮਾਰ ਸਾਹਿਬ ਹੈ ਸੋਈ। ਉਹ ਜਿਹੜਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ, ਗੁਰੂ ਖਾਲਸਾ ਜੀ, ਉਹ ਬੇਸ਼ੁਮਾਰ ਹੈ ਜੀ। ਦਸਤਗੀਰ ਸੁਨ ਸਾਚ ਨ ਮਾਨੀ। ਜਿਸ ਵੇਲੇ ਪੀਰ ਦਸਤਗੀਰ ਜੀ ਨੇ ਬਚਨ ਸੁਣੇ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ, ਸੁਣ ਕੇ ਮਨ ਵਿੱਚ ਥੋੜਾ ਜਿਹਾ ਧੀਰਜ ਨਹੀਂ ਆਇਆ, ਮਨ ਪਸੀਜਿਆ ਨਹੀਂ ਹੈ। ਕਹਿੰਦੇ ਫਿਰ ਸੁਣ ਕੇ ਸੱਚ ਨਹੀਂ ਮੰਨਣਾ ਕੀਤਾ। ਏਤ ਬਿਲੋਕਨ ਬੋਲਿਓ ਬਾਣੀ। ਔਰ ਬਿਲੋਕਨ ਦੇਖਣ ਵਾਸਤੇ ਬਾਣੀ ਬੋਲ ਜਿਹੜਾ ਹੈ ਪੀਰ ਦਸਤਗੀਰ ਨੇ ਉਚਾਰੇ ਨੇ ਗੁਰੂ ਨਾਨਕ ਸਾਹਿਬ ਜੀ ਅੱਗੇ। ਕਹਿ ਲੱਗੇ ਮਹਾਰਾਜ ਫਿਰ ਆਪਣੇ ਵੇਖਣ ਵਾਸਤੇ ਉਚਾਰਦੇ ਹਨ। ਕਹੇ ਪ੍ਰਤੀਤ ਨ ਆਵੈ ਮੋਕੋ। ਮਨ ਵਿੱਚ ਇਹ ਆਇਆ ਵੀ ਮੇਰੇ ਮਨੌਤ ਵਿੱਚ ਨਹੀਂ ਆਇਆ, ਵੀ ਇਹਦੀ ਮਨੌਤ ਵਿੱਚ ਲੱਖਾਂ ਨੇ ਤੇ ਇਹਨੇ ਲੱਖਾਂ ਕਹਿ ਦਿੱਤੇ।
ਮਨ 'ਚ ਸ਼ੰਕਾ ਕੀਤਾ ਵੀ ਵੇਖਣੇ ਚਾਹੀਦੇ ਨੇ, ਫੇਰ ਮਨ ਮੰਨੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਫਿਰ ਦਸਤਗੀਰ ਜੀ ਕਹਿਣ ਲੱਗੇ, ਮਹਾਰਾਜ ਪ੍ਰਤੀਤ ਨਾ ਆਵੈ, ਮੇਰੇ ਤਾਈ ਤੁਹਾਡੇ ਬਚਨ ਤੇ ਪ੍ਰਤੀਤ ਨਹੀਂ, ਭਰੋਸਾ ਨਹੀਂ ਹੈ ਜੀ। ਦਿਓ ਦਿਖਾਏ ਜੇ ਹੈ ਸੁਧ ਤੋ ਕੋ। ਜੇ ਤੁਹਾਨੂੰ ਲੱਖਾਂ ਦੀ ਸੁਧ ਹੈ, ਤੁਸਾਂ ਕਿਹਾ ਵੀ ਜਿਹਨੂੰ ਲੱਖਾਂ ਦਿਸਦੇ ਉਹਨੇ ਲੱਖਾਂ ਵਿਖਿਆਨ ਕਰ ਦਿੱਤੇ ਨੇ। ਜੇ ਤੁਹਾਨੂੰ ਲੱਖਾਂ ਦੀ ਸੁਧ ਹੈ ਤੇ ਮੈਨੂੰ ਲੱਖਾਂ ਹੀ ਦਿਖਾਵਣਾ ਕਰੋ ਜੀ। ਸੁਤ ਮੇਰੇ ਕੋ ਸੰਗ ਲਿਜਾਵੋ। ਆਪ ਜੀ ਫੇ ਮੇਰੇ ਪੁੱਤਰ ਨੂੰ ਨਾਲ ਲੈ ਚੱਲੋ, ਮੇਰੀ ਤੇ ਛੱਡੋ, ਆਪ ਜੀ ਮੇਰੇ ਪੁੱਤਰ ਨੂੰ ਹੀ ਨਾਲ ਲਿਜਾਣਾ ਕਰੋ। ਜਿਤੀ ਪਹੁੰਚ ਹੈ ਤਿਤੇ ਦਿਖਾਵੋ। ਔਰ ਜਿਤੀ ਪਹੁੰਚ ਹੈ, ਕਹਿ ਲੱਗੇ ਗੁਰੂ ਨਾਨਕ ਸਾਹਿਬ ਜੀ। ਪੀਰ ਦਸਤਗੀਰ ਜੀ ਦਾ ਸਵਾਲ ਸੀ, ਕਹਿੰਦੇ ਮਹਾਰਾਜ ਜਿੰਨੀ ਤੁਹਾਡੀ ਪਹੁੰਚ ਆ ਨਾ ਉਹਨੇ ਦਿਖਾ ਦਿਓ। ਮਹਾਰਾਜ ਨੇ ਕਿਹਾ ਜੂ ਸੀ ਵੀ ਜਿਹਦੀ ਜਿੰਨੀ ਕੁ ਪਹੁੰਚ ਆ ਉਹਨੇ ਉਹਨੇ ਵਿਖਿਆਨ ਕਰ ਦਿੱਤੇ ਨੇ। ਜਿਹਦੀ 14 ਤੱਕ ਸੀ ਉਹਨੇ 14 ਦੱਸੇ ਨੇ। ਜਿਹਦੀ ਗੁਰੂ ਖਾਲਸਾ ਜੀ ਲੱਖਾਂ ਤੱਕ ਹੈ ਉਹਨੇ ਲੱਖਾਂ ਦੱਸ ਕੇ ਕਿਹਾ ਅਜੇ ਵੀ ਹੋਰ ਹੈਗੇ ਨੇ, ਅੰਤ ਨਹੀਂ। ਉਸ ਵੇਲੇ ਫਿਰ ਪੀਰ ਜੀ ਕਹਿਣ ਲੱਗੇ ਵੀ ਮੇਰੇ ਪੁੱਤਰ ਨੂੰ ਨਾਲ ਲੈ ਚੱਲੋ, ਜਿੰਨੀ ਤੁਹਾਡੀ ਪਹੁੰਚ ਹੈ ਉਹਨੇ ਤੁਸੀਂ ਦਿਖਾਵਣਾ ਕਰੋ ਜੀ। ਸੁਨ ਕਹਿ ਤੇ ਸ਼ਿਨ ਸ਼੍ਰੀ ਜਗਨਨਾਥਾ। ਉਸੇ ਸਿਰ ਜਿਹੜਾ ਸੁਣ ਕਰਕੇ ਜਗਨਾਥਾ, ਜਗਤ ਦੇ ਨਾਥ ਧੰਨ ਗੁਰੂ ਨਾਨਕ ਸਾਹਿਬ ਜੀ। ਤੇ ਕੋ ਗਇਓ ਹਾਥ ਮਹਿ ਹਾਥਾ। ਪੀਰ ਦਸਤਗੀਰ ਦੇ ਪੁੱਤਰ ਦਾ ਹੱਥ ਮਹਾਰਾਜ ਜੀ ਨੇ ਆਪਣੇ ਹੱਥ ਵਿੱਚ ਗਹਿਓ ਪਕੜਨਾ ਕੀਤਾ ਹੈ। ਕਹਿਓ ਕਿ ਲੋਚਨ ਮੁੰਦੋ ਦੋਈ। ਮਹਾਰਾਜ ਜੀ ਕਹਿਣ ਲੱਗੇ ਦਸਤਗੀਰ ਦੇ ਪੁੱਤਰ ਦੇ ਤਾਈ ਵੀ ਆਪਣੇ ਨੇਤਰ ਜਿਹੜੇ ਨੇ ਉਹ ਬੰਦ ਕਰਨਾ ਕਰ। ਚਹੋ ਜੋ ਦੇਖ ਲਿਓ ਅਬ ਸੋਈ। ਜੋ ਤੂੰ ਚਾਹੁੰਦਾ ਹੈ ਉਹ ਤੂੰ ਹੁਣ ਜਿਹੜਾ ਇਹ ਦੇਖ ਲੈਣਾ ਕਰ। ਇੱਥੋਂ ਤਾਂ ਗੁਰੂ ਖਾਲਸਾ ਜੀ ਲੜੀਵਾਰ ਵਿਚਾਰ ਸਮੇਂ ਦੇ ਮੁਤਾਬਕ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪੀਰ ਦਸਤਗੀਰ ਦੇ ਪੁੱਤਰ ਨੂੰ ਨਾਲ ਲੈ ਕੇ ਲੱਖਾਂ ਪਤਾਲਾਂ ਆਕਾਸ਼ਾਂ ਦੀ ਸੈਰ ਕਰਾਉਣ ਵਾਸਤੇ ਚੱਲੇ ਨੇ। ਲੜੀਵਾਰ ਹਜੂਰ ਨੇ ਬਖਸ਼ਿਸ਼ ਕੀਤਾ ਹੈ। ਅੱਗੇ ਜਿਵੇਂ ਖੜਦੇ ਨੇ ਉਹਨੂੰ ਉੱਧਰ ਦੇਖਦਿਆਂ ਦੇਖਦਿਆਂ ਕਈ ਸਾਲ ਲੱਗਦੇ ਨੇ। ਇੱਧਰ ਇੱਕ ਛੇਨੀ ਬਤੀਤ ਹੁੰਦਾ ਏ। ਇਹ ਪੀਰ ਨੇ ਸ਼ੰਕਾ ਜ਼ਾਹਰ ਕਰਨਾ ਹੈ ਅੱਗੇ ਇਹ ਜ਼ਿਕਰ ਆਵੇਗਾ, ਹੋਈ ਭੁੱਲ ਚੁੱਕ ਦੀ ਖਿਮਾ। ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ। ਕੋਟਨ ਕੋਟਨ ਧੰਨਵਾਦ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ, ਜਿਨ੍ਹਾਂ ਦੇ ਪਾਵਨ ਸਥਾਨ 'ਤੇ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਸ਼ ਹੋਇਆ ਹੈ। ਕੋਟਨ ਕੋਟਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਦਾਸ ਸ੍ਰੀ ਮਿਸ਼ਲ ਸ਼ਹੀਦਾ ਤਰਨਾ ਦਲ ਦੇ 15ਵੇਂ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਸਾਹਿਬ ਜੀ ਔਰ ਦਾਸ ਆਪਣੇ ਵਿਦਿਆ ਗੁਰਦੇਵ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ ਵਾਲੇ, ਜੋ ਕਿ ਭਾਈ ਨੰਦ ਲਾਲ ਜੀ ਗੁਰਮਤਿ ਵਿਦਿਆਲਾ ਸ੍ਰੀ ਸਰਬਲੋ ਬੁੰਗਾ ਨੰਗਲੀ ਵਿਖੇ ਚਲਾ ਰਹੇ ਨੇ, ਉਸ ਵੱਲੋਂ ਜਿਹੜਾ ਹਾਜ਼ਰੀ ਭਰਦਾ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹੋਈ ਭੁੱਲ ਚੁੱਕ ਦੀ ਖਿਮਾ, ਅਸੀਸ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਸੁਨ ਕੈ ਤੇ ਸ਼ਿਨ ਸ਼੍ਰੀ ਜਗਨਨਾਥਾ। ਤਹਿ ਕੋ ਗਹਿਓ ਹਾਥ ਮਹਿ ਹਾਥਾ। ਕਹਿਓ ਕਿ ਲੋਚਨ ਮੁੰਦੋ ਦੋਈ। ਚਹੋ ਜੋ ਦੇਖ ਲਿਓ ਅਬ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जिसै जगाए पे आए हर रस, अकथ कथा तिन जानी। आओ सरवण करिए गुरसिੱਖੀ ਦੇ ਇਤਿਹਾਸ ਨੂੰ ਕਥਾ ਵਿਚਾਰ ਰਾਹੀਂ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਹਰ ਕੀਆਂ ਕਥਾ ਕਹਾਣੀਆਂ ਰੋਜ਼ਾਨਾ ਸ਼ਾਮ 4 ਵਜੇ ਸਿਰਫ PTC ਸਿਮਰਨ ਤੇ। अब चल नगर गोबिंद गुरु का, नाम जपत सुख पाया राम। सरबंस दानी दशमेश पिता साहिब श्री गुरु गोबिंद सिंह जी दे पावन अस्थान तखत सचखंड श्री हुजूर अबचल नगर साहिब नांदेड़ तो गुरबाणी कीर्तन दा सिद्धा प्रसारण करांगे सरवन ते माणांगे आनंद गुरु की बाणी दा। नाम गोबिंद का
ਕਥਾ ਰੀਜੈ। तो कविता अर्जय जी, धन नानक तेरी बड़ी कमाई। अंतर ध्यान जो सतगुर, अंतर ध्यान हो सतगुर नानक, जल्दी सब पृथ्वी दस आई। अंतर ध्यान हो सतगुर नानक, जल्दी सब पृथ्वी दस आई। कूड़ कुफर दी अग्नि अंदर, जल्दी सा पृथ्वी सड़दी वेखी कुल लुकाई। और इस रोगी संसार नूं बख्शी, गुरु नानक रब्बी नाम दवाई। दुनिया दे दुख दूर कर लई, सतगुर पी गए पीड़ पराई। मिट्टी तो जग चानन होया, मिल गई अरशां दी रसनाई। खुश हो के सब क्या लुकाई, धन नानक तेरी वड्डी कमाई। 550वां प्रकाश उत्सव गुरु नानक का जाए मनाया। मैं परमेश्वर तू गुर परमेश्वर, परमेश्वर गुर ताई सुनाया। पूज योग होई तरस हावी, पैर जिथे सतगुर ने पाया। और मक्का ताईयों चरण छुण लई, गुर चरना वाल मुख पुआया। तेरा वारी बात जदों गुरु नानक सिंह मुखों अलाई। सिद्ध बोले इस बचन नूं सुन के, धन नानक तेरी वड्डी कमाई। सागर परोपकारां दे सन, सतगुरु नानक परोपकारी। सागर परोपकारां दे हन, सतगुरु नानक परोपकारी। सर्व कला समरथ स्वामी नारायण, ये खुद निरंकारी। दरगाह विच प्रवान सतगुरु, धर्मराज करे ताबियादारी। और कौतक वेख के गुरु नानक दे, चरनी ढैप्या वाली कंधारी। कौतक वेख गुरु नानक दे, चरनी ढैप्या वाली कंधारी। पत्थर ते तक पंजा लगा, भुल गई वली नूं कुल चतराई। होमै छड़ निर्माण वो कहंदा, धन नानक तेरी वड्डी कमाई। 4 उदासियां सतगुर करके देश दसंतर सारे गाए। 4 उदासियां सतगुर करके देश दसंतर सारे गाए। बड़े बड़े की पीर पैगंबर, सीधे मार्ग नानक पाए। सिद्ध साधक कई मुल्ला पंडित, उलट सी बाबे समझाए। कोडे जय राख